जिनी नाम ते आया गए मसाकत काल ते आया गए मसाकत काल नानक ते मुखो जरे कहती छोटी ना। वाहिगुरू जी का खालसा वाहिगुरू जी की फतेह। ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਪਰਸੋਂ ਦੇ ਰੋਜ਼ ਤੋਂ ਤੁਰਕੀ ਬਾਣੀ ਆਈ ਤੇ ਸਭੇ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਸਾਂਝਾ ਪਾ ਰਹੇ ਸੀ। ਸੋ ਆਓ ਹੁਣ ਕੁਝ ਸਮੇਂ ਦੇ ਵਾਸਤੇ 20-25 ਮਿੰਟ ਆਪਾਂ ਇਤਿਹਾਸ ਦੀਆਂ ਕਥਾ ਵਿਚਾਰਾ ਕਰਾਂਗੇ। ਸੋ ਸੰਗਤਾਂ ਨੂੰ ਬੇਨਤੀ ਹੈ ਪਹੁੰਚਣ ਦੀ ਕਿਰਪਾਲਤਾ ਕਰੋ। ਉਸ ਤੋਂ ਬਾਅਦ ਸੰਪੂਰਨ ਸਮਾਪਤੀ ਕੀਤੀ ਜਾਣੀ ਹੈ। ਵਾਹਿਗੁਰੂ ਸਾਹਿਬ ਜੀ। ਗਗਨ ਦਾ ਮਾਮਾ ਬਾਜਿਓ ਭਰਿਓ ਨਿਸ਼ਾਨੇ ਕਾਓ ਖੇਤ ਜਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੈ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨ ਛਾੜੈ ਖੇਤ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੇ ਕਾਣ ਨ ਕੀਜੈ ਪੱਬਣ ਤੂੰ ਹਰਿਆ ਬਲਾ ਕਬਲਾ ਕੰਚਨ ਵਨ ਕਹੇ ਧੋਗੜੀ ਸੜਿਓਏ ਕਾਲੀ ਹੋਈਆ ਦਿਵਰੀ ਜੈਸੇ ਤੀ ਮੇਰਾ ਸੰਗ ਜਾਣਾ ਪਾਣੀ ਨਾ ਲਵਾਂ ਜੈਸੇ ਤੀ ਮੇਰਾ ਸੰਗ ਜਿਤ ਡਿਠੈ ਤਨ ਪਰ ਫੁੜੈ ਚੜੈ ਚਵਗਣ ਵਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਜੁੜ ਬੈਠੇ ਅਤੀ ਸਤਿਕਾਰਯੋਗ ਸਤ ਸੰਗੀ ਜਨੋ, ਆਪ ਸਭ ਸੰਗਤਾਂ ਬੜੇ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਜੁੜ ਬੈਠ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਨਾਲ ਸਾਂਝਾ ਪਾ ਰਹੇ ਸੀ। ਸਤਿਗੁਰੂ ਦੀ ਅਪਾਰ ਕਿਰਪਾ ਦੇ ਸਦਕਾ ਕੁਝ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀ ਦੇ ਨਾਲ ਕਥਾ ਵਿਚਾਰਾ ਕਰਨ ਦਾ ਆਓ ਸਾਰੇ ਜਾਣੇ ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਝੁਕਾਓ ਸ਼ੀਸ਼ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਲੋਕ ਹੁਣੇ ਆਪਾਂ ਪੜ੍ਹ ਕੇ ਹਟੇ ਹਾਂ, ਜਿਸ ਪਾਵਨ ਸ਼ਲੋਕ ਦੇ ਨਾਲ ਆਪਾਂ ਸਾਂਝਾ ਪਾਈਆਂ ਹਨ, ਉਹ ਸ਼ਲੋਕ ਦੇ ਬੋਲ ਹਨ ਬੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ। ਇਹ ਸ਼ਬਦ ਇਹ ਸ਼ਲੋਕ ਪਹਿਲੇ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਵਿੱਚ
ਮੇਰੇ ਨਾਨਕ ਪਾਤਸ਼ਾਹ ਛੱਪੜ ਦੇ ਨਾਲ ਗੱਲਬਾਤ ਕਰਦੇ ਹੋਇਆਂ, ਛੱਪੜ ਦੇ ਨਾਲ ਸਲਾਹ ਕਰਦੇ ਹੋਇਆਂ ਛੱਪੜ ਨੂੰ ਪੁੱਛਦੇ ਨੇ, ਕਹਿੰਦੇ ਇਹ ਛੱਪੜ, ਮੈਂ ਤੈਨੂੰ ਕੱਲ ਵੇਖਿਆ ਸੀ, ਤੂੰ ਬੜਾ ਹਰਿਆ ਭਰਿਆ ਸੀ, ਤੇਰੇ ਉੱਤੇ ਕਮਲ ਦੇ ਫੁੱਲ ਖਿੜੇ ਸਨ, ਤੇਰੇ ਉੱਤੇ ਘਾਹ ਬੂਟੀਆਂ ਉੱਗੀਆਂ ਸਨ, ਕੀ ਗੱਲ ਹੋ ਗਈ, ਤੂੰ ਸੜ ਕਿਉਂ ਗਿਆ, ਤੂੰ ਸੁੱਕ ਕਿਉਂ ਗਿਆ? ਕਿਉਂਕਿ ਜਿੰਨਾ ਚਿਰ ਤੱਕ ਛੱਪੜ ਦੇ ਵਿੱਚ ਪਾਣੀ ਹੈ, ਜਿੰਨਾ ਚਿਰ ਤੱਕ ਉਹਨੂੰ ਪਾਣੀ ਮਿਲ ਰਿਹਾ ਹੈ, ਉਹਦੇ ਉੱਤੇ ਫੁੱਲ, ਘਾਹ, ਹਰੀ ਹਰੀ ਉਹ ਬੂਟੀ ਜੀ ਆਪਾਂ ਵੇਖੀਏ ਕਿੰਨੀ ਉੱਗੀ ਹੁੰਦੀ, ਪਰ ਜਦੋਂ ਪਾਣੀ ਨਾ ਮਿਲੇ, ਜਦੋਂ ਪਾਣੀ ਉਹਦੇ ਵਿੱਚੋਂ ਸੁੱਕ ਜਾਵੇ, ਫਿਰ ਛੱਪੜ ਦੀ ਹਾਲਤ ਆਪਾਂ ਸਾਰੇ ਜਾਣੇ ਜਾਣਦੇ ਹਾਂ। ਛੱਪੜ ਦੇ ਵਿੱਚ ਤਰੇੜਾਂ ਪੈ ਜਾਂਦੀਆਂ ਨੇ। ਛੱਪੜ ਦੀ ਜਿਹੜੀ ਕਾਲੀ ਮਿੱਟੀ ਥੱਲਿਓ, ਜਿਹਨੂੰ ਆਪਾਂ ਗਾਰ ਵੀ ਕਹਿੰਦੇ ਹਾਂ, ਉਹ ਸੁੱਕ ਜਾਂਦੀ, ਉਹਦੇ ਵਿੱਚ ਤਰੇੜਾਂ ਪੈ ਜਾਂਦੀਆਂ ਨੇ। ਅੱਜ ਸੱਚ ਜਾਣਿਓ, ਸਾਡੀ ਹਾਲਤ ਉਸ ਛੱਪੜ ਦੀ ਤਰ੍ਹਾਂ ਹੋਈ ਪਈ ਹੈ। ਸਾਡੀ ਹਾਲਤ ਉਸ ਛੱਪੜ ਦੀ ਤਰ੍ਹਾਂ ਹੋਈ ਪਈ ਹੈ। ਜਿੰਨਾ ਚਿਰ ਤੱਕ ਅਸੀਂ ਆਪਣੇ ਸਿਧਾਂਤਾਂ ਦੇ ਉੱਤੇ ਪੂਰੇ ਖਰੇ ਉਤਰਦੇ ਹਾਂ, ਜਿੰਨਾ ਚਿਰ ਤੱਕ ਅਸੀਂ ਆਪਣੇ ਸਿਧਾਂਤਾਂ ਦੇ ਨਾਲ ਸਮਝੌਤਾ ਨਹੀਂ ਕਰਦੇ, ਉਹਨਾਂ ਚਿਰ ਤੱਕ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੈ। ਆਪਾਂ ਇਤਿਹਾਸ ਵੀ ਅਨੇਕਾਂ ਥਾਵਾਂ ਦੇ ਉੱਤੇ ਪੜ੍ਹਿਆ ਹੈ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਰਹੀ ਹੈ। ਸਿੱਖ ਕੌਮ ਨੇ ਕਿੰਨੀਆਂ ਜੰਗਾਂ ਜਿੱਤੀਆਂ ਹਨ, ਇਹ ਸਾਡਾ ਇਤਿਹਾਸ ਅਗਵਾਈ ਕਰਦਾ ਹੈ। ਪਰ ਜਿਸ ਦਿਨ ਸਾਡੇ ਆਪ ਦੇ ਕਿਸੇ ਦੂਜਿਆਂ ਦੇ ਨਾਲ ਰਲ ਜਾਂਦੇ ਨੇ, ਉਸ ਦਿਨ ਅਸੀਂ ਇਹ ਵੀ ਪੜ੍ਹਿਆ ਸੀ, ਜੰਗਾਂ ਹਾਰੀਆਂ ਵੀ ਨੇ, ਸਾਨੂੰ ਨਿਰਾਸ਼ਤਾ ਦਾ ਮੂੰਹ ਵੇਖਣਾ ਵੀ ਪਿਆ ਹੈ। ਮੈਂ ਗੱਲ ਕਰਾਂ ਸ਼ਾਮ ਸਿੰਘ ਅਟਾਰੀ ਵਾਲੇ ਦੀ, ਜਿਹੜਾ ਸਿੱਖ ਕੌਮ ਦਾ ਬੜਾ ਮਹਾਨ ਯੋਧਾ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਉੱਤੇ ਸਾਰੇ ਦਾ ਸਾਰਾ ਪਰਿਵਾਰ ਹੀ ਉਹਨਾਂ ਦੀ ਸੇਵਾ ਵਿੱਚ ਰਿਹਾ। ਅਕਾਲੀ ਫੂਲਾ ਸਿੰਘ ਜੀ ਵੀ ਉਹਨਾਂ ਸਮਿਆਂ ਦੇ ਵਿੱਚ ਹੋਏ ਨੇ। ਸ਼ਾਮ ਸਿੰਘ ਅਟਾਰੀ ਵਾਲੇ ਦੇ ਪਿਤਾ ਦਾ ਨਾਮ ਹੈ ਨਿਹਾਲ ਸਿੰਘ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀ ਜਦੋਂ ਆਪਾਂ ਗੱਲ ਕਰਦੇ ਨਾ, ਸਿੱਖ ਕੌਮ ਦਾ ਸਿਰ ਜਿਹੜਾ ਮਾਣ ਨਾਲ ਬੜਾ ਉੱਚਾ ਹੋ ਜਾਂਦਾ। ਕਿੱਥੇ ਦਿੱਲੀ ਤੇ ਕਿੱਥੇ ਕਾਬਲ ਕੰਧਾਰ ਦੀਆਂ ਗੱਲਾਂ, ਕਿੱਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੁੰਦੀ ਸੀ। ਉਹ ਗੱਲ ਤਾਂ ਹੁੰਦੀ ਸੀ ਕਿਉਂਕਿ ਸਾਡੇ ਵਿੱਚ ਏਕਾ ਬੜਾ ਸੀ। ਅਸੀਂ ਸਿਧਾਂਤਾਂ ਦੇ ਨਾਲ ਕਦੀ ਸਮਝੌਤਾ ਨਹੀਂ ਸੀ ਕਰਦੇ। ਜਿਉਂ-ਜਿਉਂ ਇਹ ਰਾਜ ਚੱਲਦਾ ਗਿਆ, ਇਹ ਰਾਜ ਕਿਤੇ ਨਾ ਕਿਤੇ ਸਿੱਖ ਧਰਮ ਦਾ ਦੁਨੀਆ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ। ਬਾਹਰੋਂ ਹਮਲਾਵਰਾਂ ਨੇ ਇਹਨੂੰ ਜਿੱਤਣ ਦੀ ਕੋਸ਼ਿਸ਼ ਕੀਤੀ, ਅੰਗਰੇਜ਼ ਆਏ, ਪਰ ਜਿੱਤ ਨਹੀਂ ਸੀ ਪਾ ਰਹੇ। ਬੜੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝੀਆਂ ਚਾਲਾਂ ਵੀ ਚੱਲੀਆਂ, ਪਰ ਜਿੱਤ ਨਹੀਂ ਸੀ ਪਾ ਰਹੇ। ਹੌਲੀ ਹੌਲੀ ਸਮਾਂ ਬੀਤਦਾ ਗਿਆ। ਸਮਾਂ ਬੀਤਣ ਦੇ ਨਾਲ ਅਕਾਲੀ ਫੂਲਾ ਸਿੰਘ ਦਾ ਵੀ ਬੜਾ ਨਾਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ, ਤੇ ਸ਼ਾਮ ਸਿੰਘ ਅਟਾਰੀ ਵਾਲੇ ਦਾ ਵੀ ਨਾਂ ਬੜਾ ਉੱਗੜ ਕੇ ਆਇਆ। ਕਿਉਂਕਿ ਜਦੋਂ ਮੁਲਤਾਨ ਦੀ ਜੰਗ ਹੁੰਦੀ ਹੈ ਨਾ, ਮੁਲਤਾਨ ਦੀ ਜੰਗ ਹੁੰਦੀ ਹੈ, ਤੇ ਉਦੋਂ ਅਕਾਲੀ ਫੂਲਾ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲੇ ਜਿਸ ਤੋਪ ਦੇ ਵਿੱਚ 1.25 ਮਣ ਦਾ ਗੋਲਾ ਪੈਂਦਾ ਸੀ, ਉਹਦਾ ਇੱਕ ਪਹੀਆ ਟੁੱਟ ਜਾਂਦਾ ਹੈ, ਤੇ ਜਦੋਂ ਉਹਨੂੰ ਮੋਢਾ ਦਿੰਦੇ ਨਾ, ਮੋਢਾ ਦੇਣ ਵਾਸਤੇ ਵਾਰ-ਵਾਰ ਸਿੱਖ ਆਪਸ ਵਿੱਚ ਲੜਦੇ ਨੇ ਕਿ ਮੈਂ ਮੋਢਾ ਲਾਵਾਂਗਾ, ਮੈਂ ਮੋਢਾ ਲਾਵਾਂਗਾ। ਅੰਤ ਨੂੰ ਉਸ ਮੁਲਤਾਨ ਦੇ ਕਿਲੇ ਦੀ ਉਹ ਜਿਹੜੀ ਦੀਵਾਰ ਤੋੜ ਦਿੰਦੇ ਨੇ, ਉਹਦੇ ਉੱਤੇ ਜਿੱਤ ਪ੍ਰਾਪਤ ਕਰਦੇ ਨੇ। ਸਿੱਖ ਕੌਮ ਦੇ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਦਾ ਬੜਾ ਨਾਂ ਹੁੰਦਾ ਹੈ। ਉਹਨਾਂ ਦੇ ਮੋਢੇ ਦੇ ਉੱਤੇ ਇੱਕ ਬੜਾ ਵੱਡਾ ਜ਼ਖਮ ਹੀ ਹੋ ਜਾਂਦਾ ਹੈ, ਘਾव ਆ ਜਾਂਦਾ ਹੈ ਉਹਨਾਂ ਦੇ ਮੋਢੇ ਦੇ ਉੱਤੇ।
ਹੌਲੀ ਹੌਲੀ ਸਮਾਂ ਬੀਤਣ ਦੇ ਨਾਲ ਖੜਕ ਸਿੰਘ ਦੇ ਪੁੱਤਰ ਕੰਵਰ ਨੌ ਨਿਹਾਲ ਸਿੰਘ ਦੇ ਨਾਲ ਸ਼ਾਮ ਸਿੰਘ ਅਟਾਰੀ ਵਾਲੇ ਦੀ ਬੇਟੀ ਨਾਨਕੀ, ਉਹਦਾ ਰਿਸ਼ਤਾ ਤੈਅ ਹੋ ਜਾਂਦਾ ਹੈ। ਉਹਨਾਂ ਦਾ ਆਪਸੀ, ਉਹਨਾਂ ਦੀ ਜਿਹੜੀ ਰਿਸ਼ਤੇਦਾਰੀ ਵੱਧ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਤੇ ਕੰਵਰ ਨੌ ਨਿਹਾਲ ਸਿੰਘ ਪੋਤਰਾ ਹੈ। ਹੁਣ ਜਦੋਂ ਉਹਨਾਂ ਦੇ ਵਿੱਚ ਰਿਸ਼ਤੇਦਾਰੀ ਸ਼ੁਰੂ ਹੋ ਗਈ, ਹੁਣ ਕੁਝ ਨੂੰ ਉਹ ਗੱਲਾਂ ਉਦੋਂ ਵੀ ਬਚਦੀਆਂ ਨਹੀਂ ਸਨ, ਕਿਉਂਕਿ ਹੁਣ ਸਿਰ ਬੜਾ ਉੱਚਾ ਹੋ ਗਿਆ ਹੈ ਸ਼ਾਮ ਸਿੰਘ ਅਟਾਰੀ ਵਾਲੇ ਦਾ। ਹੁਣ ਜਦੋਂ ਸਮਾਂ ਬੀਤਿਆ ਨਾ, ਸਮਾਂ ਬੀਤਦਿਆਂ ਬੀਤਦਿਆਂ ਕਈ ਜੰਗਾਂ ਵੀ ਹੋਈਆਂ, ਕਈ ਜੰਗਾਂ ਕੀਤੀਆਂ ਵੀ। ਅੰਤ ਨੂੰ ਜਦੋਂ ਜੰਗਾਂ ਹੁੰਦੀਆਂ ਨੇ ਨਾ, ਤੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸੱਜਾ ਹੱਥ ਹੈ ਹਰੀ ਸਿੰਘ ਨਲੂਆ। ਇਹ ਉਹ ਮੰਨੋ ਕਿ ਕੁਝ ਵੀ ਕਰਨਾ ਚਾਹੁੰਦੇ ਨੇ ਨਾ ਮਹਾਰਾਜਾ ਰਣਜੀਤ ਸਿੰਘ, ਤੇ ਉਹ ਹਰੀ ਸਿੰਘ ਨਲੂਏ ਨੂੰ ਆਖ ਦਿੰਦੇ ਨੇ ਕਿ ਤੂੰ ਆਹ ਕੰਮ ਕਰਨਾ, ਤੂੰ ਆਹ ਕੰਮ ਕਰਨਾ ਹੈ। ਸੱਚੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ, ਤੇ ਉਹ ਜਮਰੌਦ ਦੇ ਕਿਲ੍ਹੇ ਦੇ ਵਿੱਚ ਜਦੋਂ ਲੜਦੇ ਲੜਦੇ ਪਠਾਣਾ ਦੇ ਨਾਲ ਸ਼ਹੀਦੀ ਪਾ ਜਾਂਦੇ ਨੇ। ਜਦੋਂ ਪਠਾਣਾ ਦੇ ਨਾਲ ਲੜਦਿਆਂ ਲੜਦਿਆਂ ਉਹ ਸ਼ਹਾਦਤ ਦਾ ਜਾਮ ਵੀ ਜਾਂਦੇ ਨੇ। ਹੁਣ ਮਹਾਰਾਜਾ ਰਣਜੀਤ ਸਿੰਘ ਇਸ ਸਦਮੇ ਨੂੰ ਝੱਲ ਨਹੀਂ ਪਾਉਂਦੇ, ਕਿਉਂਕਿ ਉਹਨਾਂ ਦੇ ਉੱਤੇ ਸਾਰੇ ਦਾ ਸਾਰਾ ਜਿੰਨਾ ਵੀ ਪ੍ਰਭਾਵ ਹੈ, ਜਿੰਨਾ ਵੀ ਪ੍ਰਬੰਧ ਹੈ, ਉਹ ਮਹਾਰਾਜਾ ਰਣਜੀਤ ਸਿੰਘ ਨੂੰ ਖੁਦ ਨੂੰ ਸੰਭਾਲਣਾ ਪੈਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਖੁਦ ਨੂੰ ਉਹ ਸਾਰੇ ਦਾ ਸਾਰਾ ਹੀ ਜਿਹੜਾ ਹੈ ਪ੍ਰਬੰਧ ਹੈ, ਉਸ ਨੂੰ ਸੰਭਾਲਣਾ। 1837 ਈਸਵੀ ਨੂੰ ਹਰੀ ਸਿੰਘ ਨਲੂਆ 30 ਅਪ੍ਰੈਲ ਨੂੰ ਸ਼ਾਹ ਰਣਜੀਤ ਸਿੰਘ ਦੇ ਕੋਲੋਂ ਝੱਲਿਆ ਨਹੀਂ ਜਾਂਦਾ। ਹੌਲੀ ਹੌਲੀ ਜਦੋਂ ਉਹ ਸਮਾਂ ਬੀਤਦਾ ਹੈ, ਸਮਾਂ ਲੰਘਦਾ ਹੈ, ਸ਼ਹਾਦਤ ਦਾ ਜਾਮ ਵੀ ਜਾਂਦੀ, ਉਹਨਾਂ ਦੀ ਮੌਤ ਹੋ ਜਾਂਦੀ। ਦੇ ਵਿੱਚ ਕੰਮ ਕਰਦੇ ਨੇ ਲਾਲ ਸਿੰਘ ਵਰਗੇ, ਤੇਜ ਸਿੰਘ ਵਰਗੇ, ਜਿਹੜਾ ਸਿੱਖੀ ਦਾ ਐਡਾ ਵੱਡਾ ਰਾਜ। ਮਹਾਰਾਜਾ ਰਣਜੀਤ ਸਿੰਘ ਸਾਰਿਆਂ ਨੂੰ ਖੁੱਲ੍ਹਾ ਵਰਤਾਉਂਦੇ ਸਨ ਕਿ ਜਿਹਨੂੰ ਜਿੰਨੀ ਜ਼ਰੂਰਤ ਹੈ ਮਿਣ ਗਿਣ ਕੇ ਨਹੀਂ ਸੀ ਦਿੱਤਾ ਜਾਂਦਾ, ਕਿ ਤੈਨੂੰ ਇੰਨਾ ਹੀ ਦੇਣਾ ਹੈ। ਇਤਿਹਾਸ ਗਵਾਹ ਹੈ, ਕਹਿੰਦੇ ਇੱਕ ਬਜ਼ੁਰਗ ਆਇਆ, ਉਹਦੇ ਕੋਲ ਇੱਕ ਚਕਾ ਕੇ ਸਮਾਨ, ਮਹਾਰਾਜਾ ਰਣਜੀਤ ਸਿੰਘ ਚਕਾਉਣ ਲੱਗਦੇ, ਚੁੱਕੀ ਨਹੀਂ ਜਾਂਦੀ। ਕਹਿੰਦੇ ਕਿਸੇ ਨੌਜਵਾਨ ਨੂੰ ਭੇਜ ਕੇ ਮੇਰੇ ਘਰੇ ਚਕਾ ਦੇ। ਉਹਨੂੰ ਚੁੱਕ ਕੇ ਪੰਡ ਨੂੰ ਖੁਦ ਉਸ ਬਜ਼ੁਰਗ ਦੇ ਘਰ ਛੱਡ ਕੇ ਆਉਂਦੇ ਨੇ। ਜਦੋਂ ਲੈ ਕੇ ਜਾਂਦੇ ਨੇ, ਕਹਿੰਦਾ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਬਜ਼ੁਰਗ, ਕਹਿੰਦਾ ਮੈਂ ਧੰਨਵਾਦ ਕਰਦਾ। ਤੁਹਾਨੂੰ ਪਤਾ ਹੋਵੇਗਾ ਇਤਿਹਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਪਾਰਸ ਆਖਿਆ ਜਾਂਦਾ ਹੈ। ਪਾਰਸ ਹੋਏ ਕਿ ਜਿਹਦੇ ਨਾਲ ਤਵਾ ਘਸਾ ਦੀਏ ਤੇ ਤਵਾ ਲੋਹੇ ਦਾ। ਸ਼ਹਾਦਤ ਦਾ ਜਾਮ ਵੀ ਜਾਂਦੀ, ਉਹਨਾਂ ਦੀ ਮੌਤ ਹੋ ਜਾਂਦੀ। ਦੇ ਵਿੱਚ ਕੰਮ ਕਰਦੇ ਨੇ ਲਾਲ ਸਿੰਘ ਵਰਗੇ, ਤੇਜ ਸਿੰਘ ਵਰਗੇ, ਜਿਹੜਾ ਸਿੱਖੀ ਦਾ ਐਡਾ ਵੱਡਾ ਰਾਜ। ਮਹਾਰਾਜਾ ਰਣਜੀਤ ਸਿੰਘ ਸਾਰਿਆਂ ਨੂੰ ਖੁੱਲ੍ਹਾ ਵਰਤਾਉਂਦੇ ਸਨ ਕਿ ਜਿਹਨੂੰ ਜਿੰਨੀ ਜ਼ਰੂਰਤ ਹੈ ਮਿਣ ਗਿਣ ਕੇ ਨਹੀਂ ਸੀ ਦਿੱਤਾ ਜਾਂਦਾ, ਕਿ ਤੈਨੂੰ ਇੰਨਾ ਹੀ ਦੇਣਾ ਹੈ। ਇਤਿਹਾਸ ਗਵਾਹ ਹੈ, ਕਹਿੰਦੇ ਇੱਕ ਬਜ਼ੁਰਗ ਆਇਆ, ਉਹਦੇ ਕੋਲ ਇੱਕ ਚਕਾ ਕੇ ਸਮਾਨ, ਮਹਾਰਾਜਾ ਰਣਜੀਤ ਸਿੰਘ ਚਕਾਉਣ ਲੱਗਦੇ, ਚੁੱਕੀ ਨਹੀਂ ਜਾਂਦੀ। ਕਹਿੰਦੇ ਕਿਸੇ ਨੌਜਵਾਨ ਨੂੰ ਭੇਜ ਕੇ ਮੇਰੇ ਘਰੇ ਚਕਾ ਦੇ। ਉਹਨੂੰ ਚੁੱਕ ਕੇ ਪੰਡ ਨੂੰ ਖੁਦ ਉਸ ਬਜ਼ੁਰਗ ਦੇ ਘਰ ਛੱਡ ਕੇ ਆਉਂਦੇ ਨੇ। ਜਦੋਂ ਲੈ ਕੇ ਜਾਂਦੇ ਨੇ, ਕਹਿੰਦਾ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਬਜ਼ੁਰਗ, ਕਹਿੰਦਾ ਮੈਂ ਧੰਨਵਾਦ ਕਰਦਾ। ਤੁਹਾਨੂੰ ਪਤਾ ਹੋਵੇਗਾ ਇਤਿਹਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਪਾਰਸ ਆਖਿਆ ਜਾਂਦਾ ਹੈ। ਪਾਰਸ ਹੋਏ ਕਿ ਜਿਹਦੇ ਨਾਲ ਤਵਾ ਘਸਾ ਦੀਏ ਤੇ ਤਵਾ ਲੋਹੇ ਦਾ। ਰਣਜੀਤ ਸਿੰਘ ਹਾਂ ਮੈਂ ਹੀ ਤੇਰਾ ਰਾਜਾ ਹਾਂ, ਜਿਹਨੂੰ ਤੂੰ ਰਾਜਾ ਆਖਦਾ। ਕਿਆ ਬਾਤਾਂ ਸਨ। ਆ ਪਿੱਛੇ ਜੇ ਆਪਣਾ 2-3 ਸਾਲ ਹੀ ਅਜੇ ਹੋਏ ਨਹੀਂ, 19 ਦੇ ਵਿੱਚ ਲੋਕਡਾਊਨ ਹੋਇਆ। ਸਾਨੂੰ ਫ੍ਰੀ ਤੇ ਕੀ ਮਿਲਣਾ ਸੀ? ਕੋਈ ਜਿਹੜੀਆਂ ਚੀਜ਼ਾਂ ਸਾਡੇ ਖਰੀਦਣ ਵਾਲੀਆਂ ਸਨ, ਉਹਨਾਂ ਦੇ ਰੇਟ ਵੀ ਦੂਣੇ ਤੀਣੇ ਹੋ ਗਏ। ਉਹਨਾਂ ਦੇ ਰੇਟ ਵੀ ਅੰਬਰਾਂ ਨੂੰ ਚੜ ਗਏ। ਕਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਕਿੱਥੇ ਸਿੱਖ ਕੌਮ ਦਾ ਰਾਜ। ਅੱਜ ਸੱਚ ਜਾਣਿਓ, ਜੇ ਸਾਡਾ ਰਾਜ ਗੁੱਸਿਆ ਹੈ ਨਾ,
ਸਾਡਾ ਭਾਗ ਪੁੱਛਿਆ ਹੈ। ਤੇ ਸੱਚ ਜਾਣਿਓ, ਸਾਨੂੰ ਅੱਜ ਆਪਣੇ ਹੋਂਦ ਨੂੰ ਦੱਸਣ ਵਾਸਤੇ ਯਤਨ ਕਰਨੇ ਪੈਂਦੇ ਨੇ ਕਿ ਅਸੀਂ ਸਿੱਖ ਹਾਂ, ਨਹੀਂ ਤੇ ਅਗਲੇ ਕਹਿੰਦੇ ਤੁਸੀਂ ਸਾਡਾ ਹੀ ਰੂਪ ਜੇ। ਇਹੀ ਜਦੋਂ ਵੀ ਕਿਸੇ ਨੇ ਇਹ ਆਵਾਜ਼ਾਂ ਚੁੱਕੀਆਂ, ਜਦੋਂ ਵੀ ਕਿਸੇ ਨੇ ਇਹ ਆਵਾਜ਼ ਚੁੱਕੀ ਕਿ ਅਸੀਂ ਵੱਖ ਹਾਂ, ਸਾਡੇ ਹੱਕ ਵੱਖ ਨੇ, ਸਾਡੇ ਹੱਕ ਦਿੱਤੇ ਜਾਣ, ਸੱਚ ਜਾਣਿਓ ਉਹਨਾਂ ਨੇ ਮਾਰ ਮੁਕਾਇਆ। ਉਹਨਾਂ ਨੂੰ ਇਸ ਦੁਨੀਆ ਦੇ ਉੱਤੇ ਜਿਉਂਦਿਆਂ ਨਹੀਂ ਰਹਿਣ ਦਿੱਤਾ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਇਹਨਾਂ ਦਾ ਕੋਈ ਵੱਖਰਾ ਰਾਜ ਹੋ ਜਾਵੇ। ਉਹ ਨਹੀਂ ਚਾਹੁੰਦੇ ਕਿ ਇਹ ਆਪਣੇ ਹੱਕ ਲੈ ਸਕਣ, ਉਹ ਨਹੀਂ ਚਾਹੁੰਦੇ ਕਿ ਇਹ ਆਪਣੇ ਹੱਕਾਂ ਦੀ ਗੱਲ ਕਰ ਸਕਣ, ਉਹ ਨਹੀਂ ਚਾਹੁੰਦੇ। ਇਸ ਕਰਕੇ ਪਹਿਲਾਂ ਹੀ ਉਹਨਾਂ ਨੂੰ ਮਾਰ ਮੁਕਾ ਦਿੱਤਾ ਜਾਂਦਾ ਹੈ। ਇਹੀ ਗੱਲ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਜਾਂਦੇ ਨੇ, ਜਦੋਂ ਚੜ੍ਹਾਈ ਕਰ ਜਾਂਦੇ ਨੇ, ਉਦੋਂ ਧਿਆਨ ਸਿੰਘ ਡੋਗਰੇ ਵਰਗੇ, ਲਾਲ ਸਿੰਘ, ਤੇਜਾ ਸਿੰਘ, ਗੁਲਾਬ ਸਿੰਘ, ਇਹ ਵੀ ਕੁਝੀਆਂ ਚਾਲਾਂ ਚੱਲਦੇ ਨੇ। ਇਹ ਵੀ ਆਪਸ ਵਿੱਚ ਕਿਸੇ ਨੂੰ ਟੇਕੇ ਨਹੀਂ ਬਹਿਣ ਦਿੰਦੇ। ਦਲੀਪ ਸਿੰਘ ਨੂੰ ਗੱਦੀ ਦੇ ਉੱਤੇ ਬਿਠਾਉਂਦੇ ਨੇ। ਮਹਾਰਾਣੀ ਜਿੰਦ ਕੌਰ ਉਹਦੀ ਸਰਪ੍ਰਸਤ ਹੁੰਦੀ ਹੈ। ਮਹਾਰਾਣੀ ਜਿੰਦ ਕੌਰ ਉਸ ਰਾਜ ਭਾਗ ਦੀ ਸਰਪ੍ਰਸਤ ਹੈ। ਉਹ ਆਪਸ ਵਿੱਚ ਵੀ ਸਿੱਖਾਂ ਨੂੰ ਹੁਣ ਲੜਾ ਕੇ ਮਾਰਨਾ ਚਾਹੁੰਦੇ ਨੇ। ਤੇ ਜਦੋਂ ਇਹ ਜੰਗਾਂ ਚੱਲਦੀਆਂ ਨੇ, ਸਿੱਖਾਂ ਵਿੱਚ ਆਪਸੀ ਲੜਾਈਆਂ ਕਰਵਾਉਂਦੇ ਨੇ, ਤੇ ਸ਼ਾਮ ਸਿੰਘ ਅਟਾਰੀ ਵਾਲਾ ਉਹਨਾਂ ਦੇ ਵਿੱਚੋਂ ਉੱਠ ਕੇ ਤੇ ਵੱਖਰਾ ਚਲਿਆ ਜਾਂਦਾ ਹੈ। ਉਹ ਜਿਹੜੀ ਜ਼ਕੀਰ ਦਿੱਤੀ ਹੈ ਉਹ ਲਾਹੌਰ ਨੂੰ ਛੱਡ ਦਿੰਦਾ ਹੈ। ਉਹ ਇਸ ਗੱਲ ਵਿੱਚ ਆਉਂਦਾ ਹੀ ਨਹੀਂ। ਸ਼ਾਮ ਸਿੰਘ ਅਟਾਰੀ ਵਾਲਾ ਜਦੋਂ ਹੁਣ ਜੰਗਾਂ ਹੁੰਦੀਆਂ ਨੇ, ਮੁਦਕੀ ਦੀ ਜੰਗ ਆਪਾਂ ਨੂੰ ਚੇਤੇ ਹੋਵੇਗੀ। ਮੁਦਕੀ ਦੀ ਜੰਗ ਹੋਈ, ਇੱਕ ਪੀਰੂਮਲ ਸ਼ਹਿਰ ਦੀ ਜੰਗ ਹੋਈ। ਉਹਦੇ ਵਿੱਚ ਸ਼ਾਮ ਸਿੰਘ ਅਟਾਰੀ ਵਾਲਾ ਨਹੀਂ ਹੈ, ਉਹਦੇ ਵਿੱਚ ਕੋਈ ਉੱਘਾ ਜਰਨੈਲ ਨਹੀਂ ਹੈ। ਜਦੋਂ ਇਹ ਜੰਗਾਂ ਲੜੀਆਂ ਗਈਆਂ, ਇਹਨਾਂ ਦੋਵਾਂ ਜੰਗਾਂ ਦੇ ਵਿੱਚੋਂ ਹਾਰ ਪ੍ਰਾਪਤ ਹੋਈ ਸਿੱਖ ਕੌਮ ਨੂੰ। ਇਹਨਾਂ ਹਰਾਉਣ ਵਾਲਾ ਕੌਣ ਸੀ? ਡੋਗਰੇ। ਕਿਉਂਕਿ ਵਿੱਚ ਜਦੋਂ ਰਲ ਜਾਂਦੇ ਨੇ, ਪਤਾ ਥੋੜੀ ਲੱਗਦਾ ਹੈ ਕਿ ਕੌਣ ਕਿਹਦੇ ਨਾਲ ਰਲਿਆ ਹੈ। ਵਿਚਾਰਾਂ ਕਰਕੇ, ਮੂੰਹ ਦੇ ਬੋਲਾਂ ਕਰਕੇ, ਭੇਸ ਕਰਕੇ ਤੇ ਸਾਨੂੰ ਸਾਰੇ ਆਪਣੇ ਵਰਗੇ ਲੱਗਦੇ ਨੇ। ਹੁਣ ਉਹਨਾਂ ਨੇ ਆਪਸ ਵਿੱਚ ਦੋਹਾਂ ਨੂੰ, ਧਿਰਾਂ ਨੂੰ ਪਾੜ ਦਿੱਤਾ, ਵੱਖੋ ਵੱਖਰੇ ਕਰ ਦਿੱਤਾ। ਮੈਂ ਉਦਾਹਰਨ ਦਵਾਂ, ਜਿੰਨਾ ਚਿਰ ਤੱਕ ਅਸੀਂ ਪਰਿਵਾਰ ਦੇ ਜੀਵ ਵੀ ਇਕੱਠੇ ਹਨ, ਜਿੰਨਾ ਚਿਰ ਤੱਕ ਪਰਿਵਾਰ ਦੇ ਅਸੀਂ ਜੀਅ ਇਕੱਠੇ ਹਨ, ਉਹਨਾਂ ਚਿਰ ਤੱਕ ਕਿਸੇ ਦੀ ਜ਼ਰੂਰਤ ਨਹੀਂ ਕਿ ਸਾਨੂੰ ਕੋਈ ਤੋੜ ਜਾਵੇ। ਤੇ ਜਿਸ ਦਿਨ ਅਸੀਂ ਕੱਲੇ ਕੱਲੇ ਹੋ ਜਾਂਦੇ ਹਨ, ਕੱਲੇ ਕੱਲੇ ਹੋ ਜਾਂਦੇ, ਵੰਡੀਆਂ ਪੈ ਜਾਂਦੀਆਂ ਨੇ, ਉਸ ਦਿਨ ਕੋਈ ਵੀ ਦੁਨੀਆ ਦਾ ਬੰਦਾ ਆਣ ਕੇ ਸਾਨੂੰ ਤੋੜ ਸਕਦਾ ਹੈ, ਕਿਉਂਕਿ ਅਸੀਂ ਵੱਖ ਵੱਖ ਹੋ ਗਏ। ਇੱਕ ਬਜ਼ੁਰਗ ਨੇ ਇਸ ਤਰ੍ਹਾਂ ਦੀ ਉਦਾਹਰਨ ਦਿੱਤੀ ਸੀ। ਉਹਨੇ ਇੱਕ ਡੰਡਾ ਫੜਾਇਆ, ਕਹਿੰਦਾ ਇਹਨੂੰ ਤੋੜ ਦੇ, ਉਹਨੇ ਤੋੜ ਦਿੱਤਾ। ਉਹ ਪਰਿਵਾਰ ਸੀ, ਕੋਈ ਕਹਿੰਦਾ ਅਸੀਂ ਅੱਡ ਹੋਣਾ ਚਾਹੁੰਦੇ, ਸਾਡੀਆਂ ਵੰਡੀਆਂ ਪਵਾ ਦੇ। ਉਹਨੇ ਡੰਡਾ ਦਿੱਤਾ, ਕਹਿੰਦਾ ਇਹਨੂੰ ਤੋੜ, ਉਹਨੇ ਤੋੜ ਦਿੱਤਾ। ਉਹਨੇ 2 ਦਿਨ ਇਕੱਠੇ ਕਰਕੇ ਫੜਾਏ, ਕਿਉਂਕਿ 2 3 ਭਰਾ ਸਨ। ਉਹਨੇ 2 ਦਿਨ ਇਕੱਠੇ ਕਰਕੇ ਫੜਾਏ, ਕਹਿੰਦਾ ਹੁਣ ਤੋੜ। ਉਹ ਟੁੱਟਿਆ ਹੀ ਨਾ। ਕਹਿੰਦਾ ਮੈਂ ਤੈਨੂੰ ਇਹੀ ਸਮਝਾਉਣਾ ਚਾਹੁੰਦਾ, ਜਿੰਨਾ ਚਿਰ ਤੱਕ ਤੁਸੀਂ ਇਕੱਠੇ ਜੇ, ਉਹਨਾਂ ਚਿਰ ਤੱਕ ਤੁਹਾਨੂੰ ਕੋਈ ਤੋੜ ਨਹੀਂ ਸਕਦਾ। ਜਿਸ ਦਿਨ ਤੁਸੀਂ ਵੱਖ ਵੱਖ ਹੋ ਗਏ, ਦੁਨੀਆ ਦਾ ਕੋਈ ਵੀ ਲੋਕ, ਕੋਈ ਵੀ ਬੰਦਾ ਆਣ ਕੇ ਤੁਹਾਨੂੰ ਤੋੜ ਸਕਦਾ ਹੈ। ਇਸ ਤਰ੍ਹਾਂ ਹੀ ਸਾਡੇ ਵਿੱਚ ਹੈ। ਭਾਗਾਂ ਵਾਲਿਓ, ਜਿੰਨਾ ਚਿਰ ਤੱਕ ਅਸੀਂ ਇਕੱਠੇ ਹਾਂ, ਜਿੰਨਾ ਚਿਰ ਤੱਕ ਸਾਡਾ ਏਕਾ ਹੈ, ਸੱਚ ਜਾਣਿਓ ਉਹਨਾਂ ਚਿਰ ਤੱਕ ਸਾਨੂੰ ਕੋਈ ਤੋੜ ਨਹੀਂ ਸਕਦਾ, ਉਹਨਾਂ ਚਿਰ ਤੱਕ ਸਾਨੂੰ ਕੋਈ ਵੱਖ ਨਹੀਂ ਕਰ ਸਕਦਾ। ਜਦੋਂ ਅਸੀਂ ਵੱਖ ਵੱਖ ਵੰਡੇ ਜਾਂਦੇ ਹਾਂ ਨਾ, ਉਦੋਂ ਦੁਨੀਆ ਦਾ ਕੋਈ ਵੀ ਬੰਦਾ ਆਣ ਕੇ ਸਾਨੂੰ ਲੁੱਟ ਸਕਦਾ ਹੈ ਤੇ ਸਾਨੂੰ ਤੋੜ ਸਕਦਾ ਹੈ। ਕੋਈ ਵੀ ਉਸ ਦਿਨ ਸਾਨੂੰ ਕੋਈ ਵੀ ਲੁੱਟ ਵੀ ਸਕਦਾ ਹੈ, ਕੁੱਟ ਵੀ ਸਕਦਾ ਹੈ, ਸਾਡੀਆਂ ਦਸਤਾਰਾਂ ਵੀ ਲਾ ਸਕਦਾ ਹੈ। ਉਸ ਦਿਨ ਸਾਡਾ ਕੋਈ ਮੁੱਲ ਨਹੀਂ ਪੈਣਾ। ਆ ਏਕਾ ਸੀ ਨਾ। ਆਪਾਂ ਦਿੱਲੀ ਗਏ, ਕਾਲੇ ਕਾਨੂੰਨਾਂ ਦੇ ਵਿਰੁੱਧ ਅਸੀਂ ਜੰਗ ਲੜੀ, ਆਪਾਂ ਦਿੱਲੀ ਗਏ, ਸਾਡਾ ਏਕਾ ਸੀ। ਜੇ ਏਕਾ ਸੀ ਤੇ ਜਿੰਨਾ ਚਿਰ ਤੱਕ ਅਸੀਂ ਇਹਨੂੰ ਜਿੱਤ ਨਹੀਂ ਲਿਆ, ਸਾਡਾ ਏਕਾ ਰਿਹਾ। ਇਹ ਅਸੀਂ ਤਾਂ ਕਰਕੇ ਜਿੱਤਿਆ ਕਿਉਂਕਿ ਉਹਨਾਂ ਨੇ ਵੱਖ ਵੱਖ ਕਰਨ ਦਾ ਸਾਨੂੰ ਜਿਹੜਾ ਹੈ ਉਹ ਤਰੀਕੇ ਬੜੇ, ਢੰਗ ਬੜੇ ਬਣਾਏ। ਹੁਣ ਦੀਪ ਸਿੰਘ ਸਿੱਧੂ ਵੀ ਇਸ ਸੰਘਰਸ਼ ਦੇ ਵਿੱਚ ਆਉਂਦਾ ਹੈ।
ਵੀਰ ਦੀਪ ਸਿੰਘ ਸਿੱਧੂ ਇਸ ਸੰਘਰਸ਼ ਵਿੱਚ ਹੀ ਆਉਂਦਾ ਹੈ। ਕੀ ਲੋੜ ਹੀ ਆਉਣ ਦੀ ਉਹਨੂੰ, ਉਹ ਐਸ਼ ਵਾਲੀ ਜ਼ਿੰਦਗੀ ਜਿਹੜੀ ਜਿਉ ਰਿਹਾ ਸੀ। ਕਰੋੜਾਂ ਰੁਪਈਏ ਸਨ ਉਹਦੇ ਕੋਲ, ਬੰਗਲੇ ਸਨ, ਚੰਗੀਆਂ ਚੰਗੀਆਂ ਗੱਡੀਆਂ ਉਹਦੇ ਕੋਲ ਸਨ। ਪਰ ਜਦੋਂ ਹੁਣ ਉਹ ਸੰਘਰਸ਼ ਦੇ ਵਿੱਚ ਆਉਂਦਾ ਹੈ, ਆਣ ਕੇ ਲੋਕਾਂ ਦੀ ਹਾਲਤ ਵੇਖਦਾ ਹੈ ਕਿ ਦੁਨੀਆ ਦੇ ਲੋਕਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੋਈ ਪਈ ਹੈ, ਇਹ ਵਾਕਿਆ ਹੀ ਦੁਨੀਆ ਦੇ ਲੋਕਾਂ ਨੂੰ ਸਰਕਾਰਾਂ ਲੁੱਟ ਰਹੀਆਂ ਨੇ। ਉਹਨੇ ਆਵਾਜ਼ ਉਠਾਈ, ਉਹਨੇ ਸਾਰਿਆਂ ਦੇ ਹੱਕ ਦੀ ਗੱਲ ਕਰਨੀ ਸ਼ੁਰੂ ਕੀਤੀ, ਸਾਰਿਆਂ ਦੇ ਹੱਕ ਵਿੱਚ ਗੱਲ ਕੀਤੀ। ਆਪਾਂ ਸਪੀਚਾਂ ਸੁਣਦੇ ਨੇ, ਕਿਸੇ ਵੀ ਸਪੀਚ ਦੇ ਵਿੱਚ ਉਹਨੇ ਇਹ ਨਹੀਂ ਆਖਿਆ, ਭਾਵੇਂ ਕਿ ਉਹਨੇ ਸਾਰਿਆਂ ਦੇ ਹੱਕ ਦੀ ਗੱਲ ਕੀਤੀ, ਪਰ ਦੁਨੀਆ ਦੇ ਲੋਕਾਂ ਨੇ ਫਿਰ ਵੀ ਉਹਨੂੰ ਗਦਾਰੀ ਦਾ ਜਿਹੜਾ ਮੈਡਲ ਪਾ ਕੇ ਤੋਰਿਆ। ਦੁਨੀਆ ਦੇ ਲੋਕਾਂ ਨੇ ਜਿੰਨੀ ਵਾਰ ਵੀ ਅਸੀਂ ਦਿੱਲੀ ਜਿੱਤੀ ਹੈ ਨਾ, ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਾਡਾ ਜਿਹੜਾ ਝੰਡਾ, ਸਾਡਾ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਹੈ, ਲਾਲ ਕਿਲੇ ਦੇ ਉੱਤੇ ਝੁਲਦਾ ਰਿਹਾ ਹੈ। ਤੇ ਜੇ ਅੱਜ ਵੀ ਅਸੀਂ ਦਿੱਲੀ ਜਿੱਤੀ ਸੀ ਤੇ ਯੋਧਿਆਂ ਦੇ ਦੁਆਰਾ ਉਸ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਤੇ ਫਿਰ ਅਸੀਂ ਗਦਾਰ ਥੋੜੀ ਹੋ ਗਏ। ਪਰ ਅਸੀਂ ਮੈਡਲ ਦਿੱਤੇ, ਅਸੀਂ ਮੈਡਲ ਪਾਏ, ਅਸੀਂ ਬੰਦੇ ਦੇ ਬਾਹਰ ਜਾਣ ਦੇ ਬਾਅਦ ਅਸੀਂ ਉਹਦੀ ਕਦਰ ਕਰਦੇ ਹਾਂ। ਸੱਚ ਜਾਣਿਓ, ਜਿੰਨਾ ਚਿਰ ਤੱਕ ਬੰਦਾ ਇੱਥੇ ਜਿਉਂਦਾ ਹੁੰਦਾ ਹੈ ਨਾ, ਉਹਨਾਂ ਚਿਰ ਤੱਕ ਅਸੀਂ ਪੁੱਛਦੇ ਨਹੀਂ। ਦੀਪ ਸਿੰਘ ਸਿੱਧੂ ਨੇ ਵੀ ਆਖਿਆ ਸੀ, ਕਹਿੰਦਾ ਬਾਅਦ ਤੁਰ ਜਾਣ ਤੋਂ ਬਾਅਦ ਅਸੀਂ ਬਰਸ਼ੀਆਂ ਬੜੀਆਂ ਮਨਾਉਂਦੇ ਆ। ਸੱਚ ਜਾਣਿਓ, ਜਿੰਨਾ ਚਿਰ ਤੱਕ ਬੰਦਾ ਜਿਉਂਦਾ, ਅਸੀਂ ਆਪਣੇ ਲੀਡਰ ਨੂੰ, ਅਸੀਂ ਆਪਣੇ ਆਗੂ ਨੂੰ ਸੰਭਾਲ ਕੇ ਨਹੀਂ ਰੱਖ ਪਾਏ। ਜੇ ਅਸੀਂ ਆਪਣੇ ਆਗੂ ਨੂੰ, ਲੀਡਰ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਹਾਂ ਤੇ ਸਾਨੂੰ ਉਹਦਾ ਸਾਥ ਦੇਣਾ ਪਵੇਗਾ, ਸਾਨੂੰ ਉਹਦੇ ਮਗਰ ਚੱਲਣਾ ਪਵੇਗਾ। ਅੱਜ ਤੋਂ ਪਹਿਲਾਂ ਵੀ ਇੱਕ ਯੋਧਾ ਉੱਠਿਆ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਨੂੰ ਆਖਦੇ। ਉਦੋਂ ਵੀ ਲੋਕਾਂ ਨੇ ਆਖਿਆ, ਲੋਕਾਂ ਦੇ ਪੁੱਤ ਮਰਵਾ ਦਿੱਤੇ, ਇਹ ਲੋਕਾਂ ਦੇ ਪੁੱਤਾਂ ਨੂੰ ਮਰਾਈ ਜਾਂਦਾ ਹੈ, ਇਹ ਦੁਨੀਆ ਦੇ ਵਿੱਚ ਸਾਡਾ ਅਕਸ਼ ਖਰਾਬ ਕਰੀ ਜਾਂਦਾ ਹੈ। ਕਰਦਾ ਤੇ ਸਾਡੇ ਹੱਕ ਦੀ ਗੱਲ ਸੀ। ਹੁਣ ਆਨੰਦਪੁਰ ਦੇ ਮਤੇ ਦੇ ਵਿੱਚ ਕੀ ਸੀਗਾ? ਸਾਡੇ ਹੱਕਾਂ ਦੀ ਗੱਲ ਸੀ, ਸਾਡੇ ਪਾਣੀਆਂ ਦੀ ਗੱਲ ਸੀ, ਸਾਡੀ ਹਰ ਇੱਕ ਗੱਲ ਉਹਦੇ ਵਿੱਚ ਲਿਖੀ ਹੋਈ ਸੀ। ਪਰ ਦੁਨੀਆ ਦੇ ਲੋਕਾਂ ਨੇ ਉਹਨੂੰ ਅਜੇ ਵੀ ਕਈ ਜਾਣੇ ਅੱਤਵਾਦੀ ਕਹਿ ਕੇ ਪੁਕਾਰਦੇ ਨੇ ਕਿ ਉਹ ਅੱਤਵਾਦੀ ਸੀ। ਤੇ ਸੱਚ ਜਾਣਿਓ, ਤੁਸੀਂ ਧਾਰਮਿਕ ਪੁਸਤਕਾਂ ਪੜ੍ਹ ਕੇ ਵੇਖ ਲਿਓ, ਜੇ ਤੁਸੀਂ ਹੱਕ ਮੰਗਣ ਵਾਲਿਆਂ ਨੂੰ, ਇਹ ਨਹੀਂ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅੱਤਵਾਦੀ ਆਖਿਆ ਹੈ, ਜੇ ਹੱਕਾਂ ਦੇ ਨਾਲ ਮੇਰਾ ਕਲਗੀ ਵਾਲਾ ਪਾਤਸ਼ਾਹ ਲੜਦਾ ਸੀ ਨਾ, ਜੇ ਪੁਸਤਕਾਂ ਚੱਕ ਕੇ ਵੇਖ ਲਓ, ਅੱਜ ਉਹਨਾਂ ਕਿਤਾਬਾਂ ਦੇ ਵਿੱਚ ਵੀ ਸਾਡੇ ਕਲਗੀਆਂ ਵਾਲੇ ਨੂੰ ਅੱਤਵਾਦੀ ਲਿਖਿਆ ਗਿਆ ਹੈ। ਕਿਤਾਬਾਂ ਚੁੱਕ ਕੇ ਪੜ੍ਹਨ ਦਾ ਯਤਨ ਕਰੀਏ। ਉਹਨਾਂ ਨੇ ਯੂਨੀਵਰਸਿਟੀਆਂ ਦੇ ਵਿੱਚ ਕਿਤਾਬਾਂ ਭੇਜ ਦਿੱਤੀਆਂ। ਆ ਪਟਿਆਲਾ ਯੂਨੀਵਰਸਿਟੀ ਜਿਹੜੀ ਸਾਡੀ ਆਪਣੀ ਨਾ ਕੋਣਤੀ ਪੰਜਾਬੀ ਯੂਨੀਵਰਸਿਟੀ, ਉਹਦੇ ਵਿੱਚ ਕਿਤਾਬਾਂ ਪਈਆਂ ਹੋਈਆਂ ਨੇ ਜਿਹਦੇ ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਤਵਾਦੀ ਲਿਖਿਆ ਹੈ। ਤੇ ਅਸੀਂ ਜਦੋਂ ਵੀ ਆਪਣੇ ਹੱਕ ਮੰਗਾਂਗੇ, ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ, ਅੱਤਵਾਦੀ ਕਿਸ ਤਰ੍ਹਾਂ ਸਾਨੂੰ ਬਤਾਉਂਦੇ। ਦਿੱਲੀ ਦੇ ਬਾਰਡਰ ਦੇ ਉੱਤੇ ਜਾ ਕੇ ਬੈਠੇ ਕਿਸਾਨ, ਉੱਥੇ ਜਾ ਕੇ ਹੱਕ ਮੰਗੇ, ਉੱਥੇ ਜਾ ਕੇ ਆਖਿਆ ਸਾਡੇ ਹੱਕ ਦਿਓ, ਉਹਨਾਂ ਨੇ ਮੈਡਲ ਪਾਏ। ਕੀ ਆਖਿਆ ਭਲਾ? ਕਹਿੰਦੇ ਅੱਤਵਾਦੀ ਆਏ ਨੇ ਤੇ ਕਿਸਾਨ ਹੈ ਹੀ ਨਹੀਂ। ਆਖਿਆ ਕਿ ਨਹੀਂ ਆਖਿਆ? ਇੱਕ ਗੱਲ ਸੱਚੀ ਕਰਕੇ ਜਾਣ ਲਿਓ, ਜਦੋਂ ਤੁਸੀਂ ਆਪਣੇ ਹੱਕ ਮੰਗੋਗੇ ਨਾ, ਜਦੋਂ ਤੁਸੀਂ ਆਖੋਗੇ ਕਿ ਸਾਡੇ ਹੱਕ ਸਾਨੂੰ ਦਿਓ, ਉਦੋਂ ਤੁਹਾਨੂੰ ਮੈਡਲ ਅੱਤਵਾਦੀ ਦਾ ਪਵੇਗਾ ਤੁਹਾਡੇ ਗੱਲ ਦੇ ਵਿੱਚ। ਇਹ ਗੱਲ ਪੱਕੀ ਹੈ। ਉਦੋਂ ਤੁਹਾਨੂੰ ਅੱਤਵਾਦੀ ਕੋਲ ਤਾਨਿਆ ਜਾਵੇਗਾ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਡਾ ਸੋਹਣਾ ਚੱਲ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਜਾਂਦੇ ਨੇ, ਦਲੀਪ ਸਿੰਘ ਗੱਦੀ ਦੇ ਉੱਤੇ ਬੈਠਦਾ ਹੈ, ਮਹਾਰਾਣੀ ਜਿੰਦ ਕੌਰ ਉਹਦੀ ਸਰਪ੍ਰਸਤ ਹੈ। ਹੁਣ ਡੋਗਰਿਆਂ ਨੇ ਆਪਸ ਵਿੱਚ ਹੀ ਲੜਾ ਕੇ ਮਾਰ ਦਿੱਤਾ। ਹੁਣ ਜਦੋਂ ਗੱਲ ਹੁੰਦੀ ਹੈ ਨਾ, ਜਦੋਂ ਆਪਾਂ ਗੱਲ ਕਰਦੇ ਹਾਂ ਰਾਜ ਦੀ,
ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਆਪਾਂ ਰੜਕਦੇ ਬਹੁਤ। ਉਹ ਸਾਡਾ ਰਾਜ ਉਹਨਾਂ ਨੇ ਸਾਡੇ ਤੋਂ ਮਸਾਂ ਤੇ ਸਾਡੇ ਤੋਂ ਖੋਇਆ। ਹੁਣ ਸਾਨੂੰ ਰਾਜ ਥੋੜੀ ਦੇ ਲੈਣ ਦੇਣਗੇ। ਹੁਣ ਜਦੋਂ ਮੁਦਕੀ ਦੀ ਜੰਗ ਤੇ ਫੇਰੂਮਲ ਸ਼ਹਿਰ ਦੀ ਜੰਗ ਹਾਰੇ ਤੇ ਮਹਾਰਾਣੀ ਜਿੰਦ ਕੌਰ ਨੇ 4 ਚੁਫੇਰੇ ਨਿਗਾਹ ਮਾਰੀ ਕਿ ਹੁਣ ਕਿਹੜਾ ਹੈ ਜਿਹੜਾ ਇਸ ਜੰਗ ਨੂੰ ਜਿੱਤੇ। ਹੁਣ ਕਿਹੜਾ ਹੈ ਜਿਹੜਾ ਸਾਨੂੰ ਇਹ ਜੰਗ ਜਿੱਤ ਕੇ ਦੇਵੇ। ਤੇ ਕਹਿੰਦੇ ਉਹਨੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇੱਕ ਚਿੱਠੀ ਲਿਖੀ। ਕਹਿੰਦੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖੀ। ਕਹਿੰਦੇ ਉਹਨੇ ਲਿਖਿਆ ਵਿੱਚ, ਜੇ ਤੇਰੇ ਵਿੱਚ ਥੋੜੀ ਬਹੁਤੀ ਅਣਖ ਹੈ, ਜੇ ਤੇਰੇ ਵਿੱਚ ਥੋੜੀ ਬਹੁਤੀ ਬਹਾਦਰੀ ਹੈ, ਤੂੰ ਆ ਸਿੱਖ ਕੌਮ ਦੀ ਆਣ ਕੇ ਵਾਂਗ ਡੋਲ ਸੰਭ ਲੈ, ਨਹੀਂ ਤੇ ਇਹਨੇ ਮਿਟ ਜਾਣਾ, ਇਹਦਾ ਬਲੀਆ ਮੇਟ ਹੋ ਜਾਣਾ। ਇਸ ਗੱਲ ਦਾ ਜਦੋਂ ਪਤਾ ਡੋਗਰਿਆਂ ਨੂੰ ਲੱਗਾ ਕਿ ਹੁਣ ਸ਼ਾਮ ਸਿੰਘ ਅਟਾਰੀ ਵਾਲਾ ਫਿਰ ਵਾਪਸ ਆ ਰਿਹਾ ਹੈ, ਤੇ ਸ਼ਾਮ ਸਿੰਘ ਅਟਾਰੀ ਵਾਲੇ ਨੇ ਇੱਕ ਚਿੱਠੀ ਲਿਖ ਕੇ ਭੇਜ ਦਿੱਤੀ। ਕਹਿੰਦਾ ਮੈਂ ਰਾਜ ਭਾਗ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਨਾ ਚਾਹੁੰਦਾ, ਪਰ ਮੈਂ ਜਿੱਥੇ ਵੀ ਤੁਸੀਂ ਆਖੋਗੇ ਉੱਥੇ ਤੁਹਾਡੇ ਨਾਲ ਜ਼ਰੂਰ ਖੜਾ। ਹੁਣ ਜਦੋਂ ਸ਼ਾਮ ਸਿੰਘ ਅਟਾਰੀ ਵਾਲਾ ਜਦੋਂ ਜਾਂਦਾ ਹੈ, ਸਭਰਾ ਦੀ ਜੰਗ ਹੁੰਦੀ ਤੇ ਧਿਆਨ ਸਿੰਘ ਵਰਗੇ ਗੁੜਕਾ ਸਾਹਿਬ ਇੱਕ ਪੋਥੀ ਲਿਆ ਕੇ ਪਹਿਲੋਂ ਉਹਦੇ ਕੋਲੋਂ ਕਸਮਾਂ ਖਵਾਉਂਦੇ ਨੇ ਸ਼ਾਮ ਸਿੰਘ ਅਟਾਰੀ ਵਾਲੇ ਤੋਂ ਕਿ ਤੂੰ ਵਾਕਿਆ ਸਾਡੇ ਹੱਕ ਵਿੱਚ ਹੈ ਤੇ ਗਦਾਰ ਹੈ। ਜਿਸ ਤਰ੍ਹਾਂ ਗਦਾਰ ਤੇ ਉਹ ਆਪ ਨੇ, ਪਰ ਉਹਦੇ ਕੋਲੋਂ ਸਹੁੰ ਖਵਾਉਂਦੇ ਨੇ ਕਿ ਤੂੰ ਗਦਾਰ ਹੈ ਕਿ ਜਾਂ ਤੂੰ ਸਾਡੇ ਹੱਕ ਦੇ ਵਿੱਚ ਲੜੇਗਾ, ਪਹਿਲਾਂ ਸਹੁੰ ਖਾ ਤੂੰ ਇੱਥੇ ਸਹੁੰ ਚੱਕ। ਤੇ ਕਹਿੰਦੇ ਸ਼ਾਮ ਸਿੰਘ ਅਟਾਰੀ ਵਾਲੇ ਨੇ ਸਹੁੰ ਚੱਕੀ ਕਿ ਕਹਿੰਦੇ ਮੈਂ ਜੰਗ ਦੇ ਵਿੱਚ ਮੈਦਾਨੀ ਜੰਗ ਨੂੰ ਜਿੱਤ ਕੇ ਆਵਾਂਗਾ, ਕਦੀ ਵੀ ਮੈਂ ਪਿੱਠ ਦੇ ਕੇ ਵਾਪਸ ਨਹੀਂ ਆਵਾਂਗਾ, ਬੇਸ਼ੱਕ ਮੇਰੀ ਸ਼ਹੀਦੀ ਕਿਉਂ ਨਾ ਹੋ ਜਾਵੇ, ਬੇਸ਼ੱਕ ਮੈਂ ਮੌਤ ਦੇ ਘਾਟ ਕਿਉਂ ਨਾ ਉਤਾਰਿਆ ਜਾਵਾਂ, ਮੈਂ ਵਾਪਸ ਨਹੀਂ ਮੁੜਾਂਗਾ। ਇਹ ਤੇ ਇਸ ਤਰ੍ਹਾਂ ਦੀ ਗੱਲ ਹੋਈ। ਵੈਸੇ ਜਿਸ ਤਰ੍ਹਾਂ ਇੱਕ ਪਿੰਡ ਦੇ ਵਿੱਚ ਚੋਰੀ ਹੋ ਜਾਂਦੀ ਹੈ ਤੇ ਉਹ ਕਿਸੇ ਨੂੰ ਪੁੱਛਦੇ ਨੇ ਕਿ ਜਿਹੜਾ ਇਹ ਚੋਰੀ ਦਾ ਪਤਾ ਕਿਸ ਤਰ੍ਹਾਂ ਲੱਗੇ। ਉਹ ਇੱਕ ਬੰਦਾ ਕਹਿੰਦੇ ਕਿ ਚਾਦਰ ਲੈ ਕੇ ਬੈਠੋ, ਕਹਿੰਦੇ ਜਿਹੜਾ ਚੋਰ ਹੋਇਆ ਇਸ ਚਾਦਰ ਥੱਲੇ ਨਿਕਲੇਗਾ ਨਾ ਉਹ ਮਰ ਜਾਵੇਗਾ। ਤੇ ਕਹਿੰਦੇ ਸਾਰਾ ਪਿੰਡ ਹੀ ਕਹਿੰਦੇ ਚਾਦਰ ਹੇਠੋਂ ਲੰਘ ਗਿਆ, ਕਹਿੰਦੇ ਮਰਿਆ ਕੋਈ ਵੀ ਨਾ। ਕਹਿੰਦੇ ਉਹ ਬਾਅਦ ਚ ਪਤਾ ਲੱਗਾ ਜਿਹੜੇ ਚੋਰ ਸੀ ਚਾਦਰਾਂ ਉਹਨਾਂ ਨੇ ਫੜੀਆਂ ਸਨ, ਜਿਹੜੇ ਚੋਰ ਸੀ ਚਾਦਰਾਂ ਉਹਨਾਂ ਨੇ ਫੜੀਆਂ ਸਨ। ਕਹਿੰਦੇ ਮਰਨਾ ਕਿੰਨੇ ਸੀ। ਹੁਣ ਸਹੁੰ ਖਵਾਉਣ ਵਾਲੇ ਬੰਦੇ ਧਿਆਨ ਸਿੰਘ ਵਰਗੇ, ਤੇਜ ਸਿੰਘ ਵਰਗੇ, ਗੁਲਾਬ ਸਿੰਘ ਵਰਗੇ ਉਹ ਹਨ ਜਿਹੜੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਜਿਹੜੇ ਸਹੁੰਆਂ ਖਵਾਉਂਦੇ ਨੇ ਕਿ ਕਿਤੇ ਤੂੰ ਬਦਲੀ ਨਾ ਜਾਵੇਂ, ਕਿਤੇ ਤੂੰ ਸਾਨੂੰ ਧੋਖਾ ਹੀ ਨਾ ਦੇ ਜਾਵੇਂ। ਆਪ ਸਨ ਉਹ ਧੋਖਾ ਆਪ ਕਰਦੇ ਸਨ। ਹੁਣ ਜਦੋਂ ਸ਼ਾਮ ਸਿੰਘ ਅਟਾਰੀ ਵਾਲੇ ਨੇ ਸਾਰੀ ਜੰਗ ਦਾ ਮੁਆਇਨਾ ਕੀਤਾ, ਸਾਰੇ ਤੋਪਾਂ ਵੇਖੀਆਂ, ਹਥਿਆਰ ਵੇਖੇ, ਸਭ ਕੁਝ ਜਦੋਂ ਵੇਖਿਆ ਨਾ ਤੇ ਉਧਰੋਂ ਸਾਰੇ ਚੜ ਕੇ ਆ ਗਏ। ਅੰਗਰੇਜ਼ ਵੀ ਚੜ ਕੇ ਆ ਗਏ ਕਿ ਆਪਾਂ ਜੰਗ ਕਰਨੀ। ਹੁਣ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਪਤਾ ਨਹੀਂ ਸੀਗਾ ਕਿ ਜਿਹੜੇ ਮੈਨੂੰ ਸਹੁੰਆਂ ਖਵਾ ਰਹੇ ਨੇ ਇਹ ਖੁਦ ਉਹਨਾਂ ਨਾਲ ਲੜੇਗਾ। ਹੁਣ ਜਦੋਂ ਸ਼ਾਮ ਸਿੰਘ ਅਟਾਰੀ ਵਾਲੇ ਜਦੋਂ ਪਹਿਲਾਂ ਜਦੋਂ ਘਰੋਂ ਤੁਰਦੇ ਨਾ, ਉਹਨਾਂ ਦੀ ਪਤਨੀ ਧਰਮ ਪਤਨੀ ਕਹਿੰਦੀ ਤੁਸੀਂ ਰਹਿਣ ਦਿਓ, ਤੁਹਾਡਾ ਸਰੀਰ ਕਮਜ਼ੋਰ ਹੋ ਚੁੱਕਾ ਹੈ, 60 ਸਾਲ ਦੀ ਤੁਹਾਡੀ ਉਮਰ ਹੈ, ਹੁਣ ਤੁਸੀਂ ਕਿੱਥੋਂ ਜੰਗ ਲੜੋਗੇ, ਤੁਸੀਂ ਹੁਣ ਜੰਗ ਨੂੰ ਨਾ ਜਾਓ। ਤੇ ਇਤਿਹਾਸ ਲਿਖਦਾ ਕਹਿੰਦੇ ਉਹਨਾਂ ਨੇ ਮਿਆਨ ਦੇ ਵਿੱਚੋਂ ਕਿਰਪਾਨ ਕੱਢ ਕੇ ਤੇ ਮਿਆਨ ਆਪਣੀ ਘਰ ਵਾਲੀ ਨੂੰ ਫੜਾ ਦਿੱਤਾ। ਕਹਿੰਦਾ ਜੇ ਤੇ ਮੈਂ ਆ ਗਿਆ ਜਿੱਤ ਕੇ, ਮੈਂ ਖੁਦ ਮਿਆਨ ਨੂੰ ਕਿਰਪਾਨ ਸਾਫ਼ ਕਰਕੇ ਮਿਆਨ ਦੇ ਵਿੱਚ ਖੁਦ ਕਿਰਪਾਨ ਪਾਵਾਂਗਾ, ਤੇ ਜੇ ਮੈਂ ਮੁੜ ਕੇ ਨਾ ਆਇਆ ਤੇ ਮੇਰੀ ਆਉਣ ਵਾਲੀ ਪੀੜ੍ਹੀ ਨੂੰ ਇਹ ਸੁਨੇਹਾ ਦੇ ਦੇਈਂ ਤੇਰੇ ਬਾਪੂ ਦੀ ਕਿਰਪਾਨ ਫਲਾਨੀ ਮੈਦਾਨੇ ਜੰਗ ਵਿੱਚ ਡਿੱਗ ਗਈ ਸੀ, ਗਵਾਚ ਗਈ ਸੀ, ਉਹਨੂੰ ਲੱਭ ਕੇ ਲਿਆਣ ਕੇ ਇੱਥੇ ਮਿਆਨ ਦੇ ਵਿੱਚ ਪਾ ਦੇ। ਤੇ ਕਹਿੰਦੇ ਜਦੋਂ ਤੁਰ ਲੱਗਾ ਨਾ ਉਸ ਸਮੇਂ ਤੇ ਕਵੀ ਨੇ ਲਿਖਿਆ, ਕਹਿੰਦੇ ਸ਼ਾਮ ਸਿੰਘ ਅਟਾਰੀ ਵਾਲੇ ਬੰਨ ਸ਼ਾਸਤਰ ਜੋੜ ਵਿਛੋੜੇ,
ਸਿੱਟੇ ਸ਼ਾਹ ਮੁਹੰਮਦ ਸਿੰਘ ਨੇ, ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜੇ। ਕਹਿੰਦੇ ਜਦੋਂ ਬੰਨ ਕੇ ਤੁਰ ਪਿਆ ਮੈਦਾਨੇ ਜੰਗ ਦੇ ਵਿੱਚ, ਜਦੋਂ ਜੰਗ ਹੋਣਾ ਸ਼ੁਰੂ ਹੋ ਗਿਆ, ਕਹਿੰਦੇ ਇਸ ਤਰ੍ਹਾਂ ਵੈਰੀਆਂ ਦੇ ਖੂਨ ਕੱਢੇ ਜਿਸ ਤਰ੍ਹਾਂ ਨਿੰਬੂ ਨੂੰ ਨਿਚੋੜ ਕੇ ਨਹੀਂ ਸੁੱਟ ਦਿੰਦੇ ਆਪਾਂ, ਕਹਿੰਦੇ ਇਸ ਤਰ੍ਹਾਂ ਕਹਿੰਦੇ ਫਿਰ ਮੈਦਾਨੇ ਜੰਗ ਦੇ ਵਿੱਚ ਕਿਰਪਾਨ ਵਾਹੀ ਸ਼ਾਮ ਸਿੰਘ ਅਟਾਰੀ ਵਾਲੇ ਨੇ, ਬਰੂਦ ਉਹਨਾਂ ਦੇ ਕੋਲ ਬਹੁਤ ਸੀਗਾ, 20,000 ਦੀ ਸੈਨਾ ਵੀ ਉਹਨਾਂ ਨੂੰ ਦਿੱਤੀ ਗਈ। ਕੁਝ ਸੈਨਾ ਸ਼ਾਮ ਸਿੰਘ ਅਟਾਰੀ ਵਾਲੇ ਦੇ ਖੁਦ ਹੀ ਕੋਲ ਸੀ। ਤੇ ਕਹਿੰਦੇ ਜਦੋਂ ਪੂਰਾ ਜੰਗ ਛਿੜ ਪਿਆ, ਜਦੋਂ ਵੇਖਿਆ ਕਿ ਅੰਗਰੇਜ਼ਾਂ ਦੀਆਂ ਫੌਜਾਂ ਜਿਹੜੀਆਂ ਪਿਛਾਂਹ ਵੱਲ ਨੂੰ ਮੁੜ ਗਈਆਂ ਨੇ, ਜਦੋਂ ਵੇਖਿਆ ਉਹਨਾਂ ਦੇ ਚੰਗੇ 3-4 ਜਰਨੈਲ ਧਰਤੀ ਦੇ ਉੱਤੇ ਡਿੱਗ ਪਏ ਨੇ, ਉਦੋਂ ਡੋਗਰਿਆਂ ਨੇ ਸਮਝੌਤਾ ਕੀਤਾ ਸੀ ਕਿ ਹਾਰ ਨਹੀਂ ਦੇਵਾਂਗੇ। ਫਿਰ ਡੋਗਰਿਆਂ ਨੇ ਪਤਾ ਕੀ ਕੀਤਾ, ਜਿਹੜਾ ਪੁਲ ਬਣਾਇਆ ਗਿਆ ਸੀ ਨਾ ਦਰਿਆ ਦੇ ਉੱਤੇ, ਸਭਰਾਵਾਂ ਦੀ ਜੰਗ ਹੁੰਦੀ ਦਰਿਆ ਤੋਂ ਪਾਰ, ਕਹਿੰਦੇ ਦਰਿਆ ਦੇ ਉੱਤੇ ਜਦੋਂ ਪੁਲ ਜਿਹੜਾ ਬਣਾਇਆ ਗਿਆ ਸੀ ਨਾ ਆਰਜ਼ੀ ਤੌਰ ਦੇ ਉੱਤੇ ਲੰਘਣ ਵਾਸਤੇ ਕਿ ਇੱਧਰ ਦੀ ਸਾਨੂੰ ਬਰੂਦ, ਸਾਡੀ ਸਾਰੀ ਲੋੜ ਮੁਤਾਬਕ ਜਿਹੜੀਆਂ ਸਾਨੂੰ ਵਸਤੂਆਂ ਚਾਹੀਦੀਆਂ ਆ ਜਾਣਗੀਆਂ, ਪਹੁੰਚ ਜਾਣਗੀਆਂ। ਹੁਣ ਪਹਿਲੋਂ ਤੇ ਉਹਨਾਂ ਨੇ ਉਹ ਪੁਲ ਵੱਢਿਆ, ਉਹ ਪੁਲ ਢਾਹ ਦਿੱਤਾ ਡੋਗਰਿਆਂ ਨੇ, ਤੇਜ ਸਿੰਘ ਵਰਗਿਆਂ ਨੇ, ਲਾਲ ਸਿੰਘ ਵਰਗਿਆਂ ਨੇ, ਗੁਲਾਬ ਸਿੰਘ ਵਰਗਿਆਂ ਨੇ। ਹੁਣ ਉਹਨਾਂ ਨੇ ਪੁਲ ਤੋੜ ਦਿੱਤਾ ਤੇ ਮਗਰ ਪਤਾ ਬਰੂਦ ਜਾਣਾ ਸੀ ਜਿਹੜਾ, ਉਹ ਪਤਾ ਕੀ ਭੇਜਿਆ, ਸਰੋਂ ਭੇਜ ਦਿੱਤੀ, ਵਿੱਚ ਰੇਤਾ ਪਾ ਕੇ ਟਰੰਕਾਂ ਦੇ ਵਿੱਚ ਭੇਜ ਦਿੱਤਾ। ਜਦੋਂ ਵੇਖਿਆ ਉਹਦੇ ਵਿੱਚੋਂ ਨਿਕਲਿਆ ਕੱਖ ਨਾ, ਉਹਦੇ ਵਿੱਚੋਂ ਨਿਕਲੇ ਕੱਖ ਨਾ, ਉਹਦੇ ਵਿੱਚ ਹੈ ਹੀ ਕੁਝ ਨਹੀਂ ਸੀ। ਹੁਣ ਦੋਵਾਂ ਦੀ ਜਿਹੜੀ ਜੰਗ ਤੇ ਹੋਣੀ ਸ਼ੁਰੂ ਹੋ ਗਈ, ਕਹਿੰਦੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਫੌਜਾਂ ਭਾਰੀਆਂ ਨੇ, ਤੇ ਕਹਿੰਦੇ ਦੋਵੇਂ ਪਾਸੇ ਫੌਜਾਂ ਭਾਰੀਆਂ ਨੇ। ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ, ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ। ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋ ਰਹੀ ਹੈ, ਕਹਿੰਦੇ ਜੇ ਕਿਤੇ ਮਹਾਰਾਜਾ ਸਰਕਾਰ ਹੋਵੇ ਨਾ ਕਿਤੇ, ਅੱਜ ਤੇਗਾਂ ਵਰਗੀਆਂ ਦੀਆਂ ਜਿਹੜਾ ਉਹ ਮੁੱਲ ਪਾ ਦੇਵੇ, ਅੱਜ ਮੁੱਲ ਪਾ ਦੇਵੇ। ਤੇ ਕਹਿੰਦੇ ਸਣੇ ਗੋਲੀਆਂ ਆਦਮੀ ਨਾਲ ਉੱਡੇ, ਹਾਥੀ ਡਿੱਗੇ ਨੇ ਨਾਲ ਅੰਬਾਰੀਆਂ ਨੇ। ਕਹਿੰਦੇ ਕਈ ਸਿੰਘ ਡਿੱਗ ਪਏ ਗੋਲੀਆਂ ਖਾ ਕੇ, ਕਹਿੰਦੇ ਕਈ ਹਾਥੀ ਚੰਗੇ ਲੈ ਕੇ ਗਏ ਸਨ, ਉਹ ਵੀ ਡਿੱਗ ਪਏ, ਕਿਉਂਕਿ ਹੁਣ ਬਰੂਦ ਨਹੀਂ ਸਾਡੇ ਕੋਲ, ਹੁਣ ਸਾਡੇ ਕੋਲ ਜੰਗ ਕਰਨ ਵਾਲਾ ਜਿਹੜਾ ਸਮਾਨ ਸੀ ਘਟ ਗਿਆ। ਤੇ ਕਹਿੰਦੇ ਇਤਿਹਾਸ ਲਿਖਦਾ ਹੈ, ਕਹਿੰਦੇ ਜਦੋਂ ਸ਼ਾਮ ਸਿੰਘ ਅਟਾਰੀ ਵਾਲੇ ਨੇ ਜਦੋਂ ਜੰਗ ਕੀਤੀ ਨਾ, ਕਹਿੰਦੇ ਤਲਵਾਰ ਜਦੋਂ ਫੜੀ, ਕਹਿੰਦੇ ਉਹਨਾਂ ਦਾ ਹੱਥ ਹੀ ਇੰਨਾ ਕੁ ਸੁੱਜ ਗਿਆ, ਹੱਥ ਇੰਨਾ ਸੁੱਜ ਗਿਆ, ਦੁਸ਼ਮਣਾਂ ਦੇ ਲਾਹੂ ਲਾਉਂਦਿਆਂ ਉਹਨਾਂ ਨੇ ਕਈਆਂ ਨੂੰ ਮਾਰ ਮੁਕਾਇਆ। ਜਿਨ੍ਹਾਂ ਦੀ ਬੁਰੀ ਨਜ਼ਰ ਸੀ ਇਸ ਪੰਜਾਬ ਦੇ ਉੱਤੇ, ਉਹਨਾਂ ਨੇ ਕਈਆਂ ਦਾ ਖੂਨ ਕੱਢ ਦਿੱਤਾ ਆਪਣੀ ਕਿਰਪਾਨ ਦੇ ਨਾਲ। ਕਹਿੰਦੇ 7 ਗੋਲੀਆਂ ਵੱਜਣ ਤੋਂ ਬਾਅਦ ਸ਼ਾਮ ਸਿੰਘ ਅਟਾਰੀ ਵਾਲਾ ਧਰਤੀ ਦੇ ਉੱਤੇ ਡਿੱਗਦਾ ਏ, ਤੇ ਹੱਥ ਦੇ ਵਿੱਚ ਉਹਦੇ ਕਿਰਪਾਨ ਏ, ਉਹਦਾ ਹੱਥ ਇੰਨਾ ਕੁ ਸੁੱਜਾ ਹੋਇਆ ਹੈ ਕਿ ਉਹਦੇ ਕਿਰਪਾਨ ਦੇ ਵਿੱਚੋਂ ਮੁੱਠੀ ਕੱਢਣੀ ਮੁਸ਼ਕਿਲ ਹੈ, ਨਿਕਲਦੀ ਨਹੀਂ। ਤੇ ਉਦੋਂ ਡਾਇਰੈਕਟਰ ਲਿਖਦਾ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਅੰਤ ਨੂੰ ਜਿੱਤ ਕੇ ਹਾਰੀਆਂ ਨੇ। ਜਿੱਤੀਆਂ ਤੇ ਸੀਗੀਆਂ ਕਹਿੰਦੇ, ਪਰ ਹਾਰ ਗਈਆਂ। ਤੇ ਕਹਿੰਦੇ ਜਦੋਂ ਸ਼ਾਮ ਸਿੰਘ ਅਟਾਰੀ ਵਾਲਾ ਉੱਥੇ ਡਿੱਗਾ ਪਿਆ ਸੀ ਨਾ, ਕਹਿੰਦੇ ਉਹਨਾਂ ਦਾ ਇੱਕ ਲੋਰਡ ਆਫ ਗੌਫ ਜਿਹੜਾ ਉਹਨਾਂ ਦਾ ਇੱਕ ਜਰਨੈਲ ਹੋਇਆ ਅੰਗਰੇਜ਼ਾਂ ਦਾ, ਕਹਿੰਦੇ ਉਹਦੀ ਲਾਸ਼ ਦੇ ਕੋਲ ਆਣ ਕੇ ਤੇ ਬੈਠਾ, ਕਹਿੰਦੇ ਵੇਖਣ ਲੱਗਾ। ਤੇ ਕਹਿੰਦੇ ਧਿਆਨ ਸਿੰਘ ਵਾਲਿਆਂ ਨੇ ਵਰਗਿਆਂ ਨੇ ਕਹਿੰਦੇ ਸ਼ਰਾਬ ਦਾ ਪਿਆਲਾ ਭਰ ਕੇ ਲਿਆਣ ਕੇ ਉਹਦੇ ਮੂਹਰੇ ਰੱਖਿਆ। ਤੁਸੀਂ, ਤੁਹਾਡਾ ਖਾਬ ਸੀ ਕਿ ਅਸੀਂ ਪੰਜਾਬ ਦੇ ਉੱਤੇ ਰਾਜ ਕਰੀਏ, ਅਸੀਂ ਪੰਜਾਬ ਨੂੰ ਜਿੱਤ ਲਈਏ। ਕਹਿੰਦੇ ਅੱਜ ਤੁਸੀਂ ਪੰਜਾਬ ਨੂੰ ਜਿੱਤ ਲਿਆ ਏ, ਆਹ ਸ਼ਰਾਬ ਦਾ ਪਿਆਲਾ ਪੀਓ। ਕਹਿੰਦੇ ਉਸਨੇ ਕਹਿੰਦੇ ਉਹਨੂੰ ਹੱਥ ਮਾਰ ਕੇ ਡੋਲ ਦਿੱਤਾ। ਤੇ ਜਦੋਂ ਉਹਨੇ ਉਹਦੇ ਵੱਲ ਤੱਕਿਆ ਨਾ, ਉਸ ਯੋਧੇ ਦੇ ਅੱਖਾਂ ਦੇ ਵਿੱਚੋਂ, ਉਸ ਅੰਗਰੇਜ਼ ਦਾ ਜਰਨੈਲ ਸੀ ਜਿਹੜਾ, ਉਹਦੀਆਂ ਅੱਖਾਂ ਦੇ ਵਿੱਚੋਂ ਪਾਣੀ ਡਿੱਗ ਰਿਹਾ ਸੀ।
ਉਹਨੇ ਪੁੱਛਿਆ, ਕਹਿੰਦਾ ਤੁਸੀਂ ਤੇ ਰਾਜ ਭਾਗ ਚਾਹੁੰਦੇ ਸੀ, ਤੁਸੀਂ ਰਾਜ ਕਰਨਾ ਚਾਹੁੰਦੇ ਸੀ, ਆ ਅਥਰੂ ਕਿਸ ਕੰਮ ਦਾ? ਕਹਿੰਦਾ ਇਹਨੂੰ ਜਿੱਤ ਨਹੀਂ ਕਹਿੰਦੇ, ਕਹਿੰਦਾ ਇਹਨੂੰ ਗਦਾਰੀ ਕਹਿੰਦੇ ਨੇ। ਕਹਿੰਦਾ ਮੇਰੀਆਂ ਨਜ਼ਰਾਂ ਦੇ ਵਿੱਚ ਸ਼ਾਮ ਸਿੰਘ ਅਟਾਰੀ ਵਰਗਾ ਕੋਈ ਯੋਧਾ ਨਹੀਂ, ਕੋਈ ਜਰਨੈਲ ਨਹੀਂ ਜਿਹਨੂੰ ਕੋਈ ਹਰਾ ਸਕਦਾ ਹੋਵੇ। ਕਹਿੰਦਾ ਹਰਾਇਆ ਤੇ ਅੱਜ ਤੁਹਾਡੀਆਂ ਨਲਾਇਕੀਆਂ ਨੇ ਹਰਾਇਆ ਏ। ਕਹਿੰਦੇ ਨਹੀਂ ਤੇ ਸਾਡੀ ਕੋਈ ਜ਼ਰੂਰਤ ਨਹੀਂ ਸੀ, ਅਸੀਂ ਪੰਜਾਬ ਦੇ ਉੱਤੇ ਆਪਣਾ ਝੰਡਾ ਵੀ ਚਲਾ ਜਾਂਦੇ। ਪੰਜਾਬ ਦਾ ਇੱਕ ਕਤਰਾ ਵੀ ਅਸੀਂ ਆਪਣੇ ਨਾਲ ਖਵਾ ਦਿੱਤੇ। ਕਹਿੰਦੇ ਸਾਡੀ ਕੋਈ ਹਿੰਮਤ ਨਹੀਂ ਸੀ, ਉਹ ਤੇ ਕਹਿੰਦੇ ਗਦਾਰੀਆਂ ਕਰਕੇ, ਤੁਹਾਡੇ ਵਰਗੇ ਗਦਾਰ ਵਿੱਚ ਸੀ ਤਾਂ ਕਰਕੇ ਹਾਰ ਗਈ। ਅੱਜ ਸਾਡੀ ਹਾਲਤ ਵੀ ਇਸ ਤਰ੍ਹਾਂ ਦੀ। ਗੁੱਸਾ ਨਾ ਮਨਾਇਓ। ਜਦੋਂ ਅਸੀਂ ਕੋਈ ਬੰਦਾ ਸਾਡੇ ਵਿੱਚ ਤੁਰ ਜਾਂਦਾ ਹੈ ਨਾ, ਅਸੀਂ ਬਾਅਦ ਦੇ ਵਿੱਚ ਉਹਦੀਆਂ ਕੀਤੀਆਂ ਹੋਈਆਂ ਗੱਲਾਂ ਨੂੰ ਯਾਦ ਕਰਦੇ ਹਾਂ। ਅਸੀਂ ਬਾਅਦ ਵਿੱਚ ਉਹਦੀ ਮੁੱਲ ਪਾਉਂਦੇ ਹਾਂ ਕਿ ਇਸ ਤਰ੍ਹਾਂ ਹੋ ਗਿਆ, ਜੇ ਇਸ ਤਰ੍ਹਾਂ ਹੋ ਜਾਂਦਾ ਤੇ ਵਧੀਆ ਗੱਲ ਸੀ। ਅੱਜ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਮੈਂ ਗੱਲ ਕੀਤੀ ਸੀ, ਕੱਬੜ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਕੜੇ ਸੜੇ ਹੋਏ ਜਾਣਾ। ਛੱਪੜ ਕਹਿੰਦਾ ਕਹਿੰਦੇ ਜਾਣਾ ਪਾਣੀ ਨਾ ਨਹਾ, ਜੇ ਸਿੱਧੀ ਮੇਰਾ ਸੰਗ ਜਿਤ ਡਿਠੈ ਤਨ ਪਰ ਉੜੈ ਚੜੇ ਚਵਗਣ ਵਨ। ਕਹਿੰਦੇ ਜਿੰਨਾ ਚਿਰ ਤੱਕ ਤੇ ਮੈਂ ਪਾਣੀ ਲੈਂਦਾ ਸੀ, ਉਹਨਾਂ ਚਿਰ ਤੱਕ ਤੇ ਮੈਂ ਹਰਿਆ ਭਰਿਆ ਸੀ। ਅੱਜ ਪਾਣੀ ਲੈਣਾ ਬੰਦ ਕਰ ਦਿੱਤਾ ਹੈ। ਮੇਰੇ ਵਿੱਚ ਤਰੇੜਾਂ ਪੈ ਗਈਆਂ ਨੇ, ਮੇਰੇ ਵਿੱਚ ਦਰਾੜਾਂ ਆ ਗਈਆਂ ਨੇ। ਇਸੇ ਤਰ੍ਹਾਂ ਹੀ ਅਸੀਂ ਵੀ ਜਦੋਂ ਆਪਣੇ ਸਿਧਾਂਤ ਨੂੰ ਛੱਡ ਕੇ, ਆਪਣੀ ਸਿੱਖੀ ਨੂੰ ਛੱਡ ਕੇ ਅਸੀਂ ਇੱਧਰ ਉੱਧਰ ਭੱਜਦੇ ਨਾ, ਸਾਡੇ ਵਿੱਚ ਵੀ ਦਰਾੜਾਂ ਆ ਜਾਂਦੀਆਂ ਨੇ, ਸਾਡੇ ਵਿੱਚ ਵੀ ਤਰੇੜਾਂ ਪੈ ਜਾਂਦੀਆਂ ਨੇ। ਤੇ ਜਦੋਂ ਤਰੇੜਾਂ ਪੈ ਜਾਂਦੀਆਂ ਨੇ ਨਾ, ਉਦੋਂ ਸਾਨੂੰ ਆਪਸ ਵਿੱਚ ਆਪਣਾ ਗਵਾਂਢੀ, ਆਪਣਾ ਪਿੰਡ ਦਾ ਬੰਦਾ ਹੀ ਇੱਕ ਦੂਜੇ ਨੂੰ ਐ ਲੱਗਣ ਲੱਗ ਪੈਂਦਾ ਕਿ ਇਹ ਬੜਾ ਸਾਡਾ ਵੱਡਾ ਵੈਰੀ। ਜਦੋਂ ਤਰੇੜਾਂ ਆ ਜਾਂਦੀਆਂ ਸਾਡੇ ਸੰਬੰਧਾਂ ਦੇ ਵਿੱਚ, ਉਦੋਂ ਸਾਨੂੰ ਵੀ ਇਸ ਤਰ੍ਹਾਂ ਲੱਗਦਾ ਹੈ ਸਾਡਾ ਦੁਸ਼ਮਣ ਹੀ ਬੜਾ ਵੱਡਾ ਹੈ। ਇਸੇ ਕਰਕੇ ਤੇ ਅਸੀਂ ਆਪਣੇ ਪਿੰਡਾਂ ਦੇ ਵਿੱਚ, ਆਪਣੇ ਸ਼ਹਿਰਾਂ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ ਲੜਦੇ ਆਪਸ ਵਿੱਚ ਹੀ ਅਸੀਂ ਖਤਮ ਹੋਈ ਜਾਂਦੇ। ਸਾਨੂੰ ਸਮਝ ਨਹੀਂ ਲੱਗ ਰਹੀ ਸੀ ਕਰਨਾ ਕੀ ਹੈ। ਧਿਆਨ ਸਿੰਘ ਡੋਗਰਿਆਂ ਵਾਲਿਆਂ ਦਾ ਕੰਮ ਅੱਜ ਵੀ ਚੱਲ ਰਿਹਾ ਹੈ, ਮੁੱਕਿਆ ਨਹੀਂ। ਇਸੇ ਤਰ੍ਹਾਂ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਅਸੀਂ ਜੇ ਉਸ ਯੋਧੇ ਦਾ ਅੱਜ ਦਿਨ ਮਨਾ ਰਹੇ ਹਾਂ, ਉਹਦੀ ਸ਼ਹਾਦਤ ਦੇ ਉੱਤੇ ਇਕੱਠੇ ਹੋਏ ਹਾਂ, ਇੱਕ ਪ੍ਰਣ ਕਰੀਏ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਸਾਡੇ ਅਗਵਾਈ ਕਰਨ ਵਾਲੇ ਯੋਧੇ ਨੂੰ ਕਦੀ ਆਪਣੀਆਂ ਅੱਖਾਂ ਦੇ ਕੋਲੋਂ ਦੂਰ ਨਹੀਂ ਹੁੰਦੇ। ਤੇ ਜਿਸ ਦਿਨ ਅਸੀਂ ਇਹ ਗੱਲ ਆਪਣੇ ਜੀਵਨ ਦੇ ਅੰਦਰ ਪੱਕੀ ਕਰ ਲਈ ਨਾ, ਤੇ ਸਤਿਗੁਰੂ ਦੀ ਬਾਣੀ ਆਖਦੀ, ਜਿਸ ਦਿਨ ਮੈਂ ਪਾਣੀ ਲੈਣਾ ਸ਼ੁਰੂ ਕਰ ਦਿੱਤਾ ਨਾ, ਜਿਸ ਦਿਨ ਮੈਂ ਬਾਣੀ ਦਾ ਸਿਧਾਂਤ ਜੀਵਨ ਦੇ ਅੰਦਰ ਰੱਖ ਲਿਆ ਨਾ, ਕਹਿੰਦੇ ਜਿੱਤ ਡਿਠੈ ਤਨ ਪਰ ਫੜੇ ਚੜੇ ਚਵਗਣ ਵਨ। ਕਹਿੰਦੇ ਫਿਰ ਸਾਡੇ ਜੀਵਨ ਦੇ ਅੰਦਰ, ਸਾਡੇ ਇਸ ਪੰਜਾਬ ਦੀਆਂ ਲਿਸ਼ਕਰਾਂ ਦੂਰ ਦੂਰ ਤੱਕ ਪੈਣਗੀਆਂ। ਫਿਰ ਇਹ ਸੋਨੇ ਦੀ ਚਿੜੀ ਬਣ ਸਕਦੀ ਹੈ। ਇਹਦੇ ਵਿੱਚੋਂ ਘਟਿਆ ਕੁਝ ਨਹੀਂ, ਸਿਰਫ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਜਿੰਨਾ ਚਿਰ ਤੱਕ ਅਸੀਂ ਇਕੱਠੇ ਰਵਾਂਗੇ, ਉਹਨਾਂ ਚਿਰ ਤੱਕ ਸਾਡੇ ਕੋਲ ਸਭ ਕੁਝ ਹੈ। ਉਹਨਾਂ ਚਿਰ ਤੱਕ ਅਸੀਂ ਸਭ ਕੁਝ ਕਰ ਸਕਦੇ ਹਾਂ, ਆਪਣੇ ਹੱਕ ਲੈ ਸਕਦੇ ਹਾਂ। ਸੱਚ ਜਾਣਿਓ, ਅਸੀਂ ਆਪਾਂ ਆਖਦੇ ਨੇ ਅਸੀਂ ਸਿੱਖੇ ਹਾਂ। ਜਿਹੜਾ ਸਾਡਾ ਆਨੰਦ ਕਾਰਜ ਹੁੰਦਾ ਹੈ, ਉਹਦਾ ਐਕਟ ਨਹੀਂ ਬਣ ਸਕਿਆ ਅਜੇ ਤੱਕ। ਹੋਰ ਤੇ ਵੱਡੀ ਗੱਲ ਕੀ ਹੈ, ਸਾਡਾ ਆਨੰਦ ਕਾਰਜ ਐਕਟ ਨਹੀਂ ਜੇ ਬਣਿਆ। ਅਸੀਂ ਹਿੰਦੂ ਮਰਿਆਦਾ ਦੇ ਮੁਤਾਬਕ ਸਾਡੇ ਆਨੰਦ ਕਾਰਜ ਜਿਹੜੇ ਉੱਥੇ ਰਜਿਸਟਰ ਹੁੰਦੇ ਨੇ, ਜਦੋਂ ਆਪਾਂ ਕੋਰਟ ਦੇ ਵਿੱਚ ਆਪਾਂ ਜਾਂਦੇ ਨਾ, ਉਹ ਕੋਰਟ ਮੈਰਿਜ ਸਾਨੂੰ ਕਿਉਂ ਕਰਨ ਦੀ ਜ਼ਰੂਰਤ ਹੈ ਭਲਾ? ਜਦੋਂ ਆਪਾਂ ਬਾਹਰ ਦੀ ਫੈਲ ਲਾਉਂਦੇ, ਉਹ ਕਹਿੰਦੇ ਕੋਰਟ ਮੈਰਿਜ ਨਾਲ ਲੈ ਕੇ ਆਓ। ਕੋਰਟ ਮੈਰਿਜ ਕਿਉਂ ਕਰਦੇ ਨੇ ਸਾਡੀ? ਵੀ ਉਹਦੇ ਵਿੱਚ ਅਸੀਂ ਸਾਬਤ ਹੁੰਦੇ ਹਾਂ ਕਿ ਸਾਡੀ ਜਿਹੜੀ ਅਸੀਂ ਪ੍ਰਕਿਰਿਆ ਨਿਭਾਈ ਹੈ ਨਾ, ਉਹ ਹਿੰਦੂ ਰੀਤਾਂ ਮੁਤਾਬਕ ਅਸੀਂ ਆਪਣੇ ਵਿਆਹ ਕੀਤੇ ਨੇ। ਭਾਵੇਂ ਕਿ ਉਹ ਗੱਲ ਵੱਖਰੀ ਹੈ, ਥੋੜਾ ਥੋੜਾ ਸਾਡਾ ਪ੍ਰਭਾਵ ਹਜੇ ਹੈ ਕਿ ਉਹ ਨਾਲ ਗੁਰਦੁਆਰਾ ਸਾਹਿਬ ਦਾ ਨਾਲ ਜਿਹੜਾ ਆਨੰਦ ਕਾਰਜ ਦਾ ਸਰਟੀਫਿਕੇਟ ਵੀ ਜਿਹੜੇ ਨਾਲ ਲੈਂਦੇ ਨੇ। ਪਰ ਸੱਚ ਜਾਣਿਓ, ਕੱਲਾ ਲੈ ਕੇ ਜਾਓਗੇ ਤੁਸੀਂ, ਤੁਹਾਡੀ ਮੈਰਿਜ ਰਜਿਸਟਰ ਨਹੀਂ ਜੀ ਹੁੰਦੀ। ਮੈਰਿਜ ਤੁਹਾਡੀ ਰਜਿਸਟਰ ਉਦੋਂ ਹੋਊਗੀ ਜਦੋਂ ਤੁਸੀਂ ਕੋਰਟ ਮੈਰਿਜ ਕਰਵਾ ਕੇ ਆਓਗੇ। ਤੇ ਕੋਰਟ ਥੋਪਣਾ ਨਹੀਂ ਚਾਹੁੰਦਾ। ਇਹ ਉਹਨਾਂ ਹਿੰਦੂਆਂ ਦਾ ਐਕਟ ਬਣਿਆ ਹੈ, ਵੀਰਾਂ ਦਾ ਬਣਿਆ ਹੈ, ਉਹਨਾਂ ਵਾਸਤੇ ਮੁਬਾਰਕ ਹੈ।
ਪਰ ਮੈਂ ਇਹ ਗੱਲ ਕਰਦਾ ਕਿ ਸਾਡੇ ਸਿੱਖਾਂ ਦਾ ਆਨੰਦ ਕਾਰਜ ਐਕਟ ਵੀ ਚਾਹੀਦਾ ਸੀ। ਰੌਲਾ ਇੱਥੇ ਅਸੀਂ ਆਪਣੇ ਹੱਕਾਂ ਦੀ ਖਾਤਰ ਲੜਦੇ ਹਾਂ ਕਿ ਸਾਨੂੰ ਇੱਕ ਵੱਖਰਾ ਦੱਸਿਆ ਜਾਵੇ। ਕਿਤੇ ਨਾ ਕਿਤੇ ਜਾ ਕੇ ਸਾਨੂੰ ਆਖਿਆ ਜਾਂਦਾ ਹੈ ਪੇਸ਼ਾ ਧਾਰਨ। ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਗੱਲ ਆਖੀ ਸੀ, ਕਹਿੰਦੇ ਮੈਂ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਥੋਂ ਤੱਕ ਆਖ ਦਿੱਤਾ ਸੀ, ਕਹਿੰਦੇ ਜਪ ਇਹ ਮੈਂ ਵਿਵਰਣ ਮੈਂ ਨਾ ਕਰੂੰ ਇਹ ਪ੍ਰਤੀਕ। ਇਹਦੇ ਪਹਿਲੇ ਬੋਲ ਨਾਮ ਜਪ ਦਾ ਮੈਂ ਸਾਰ ਜਦ ਇਹ ਹੈ ਵਿਵਰਣ ਕੀ ਹੋਰ ਧਰਮ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਣ ਲੱਗ ਪਏ ਤੇ ਸਤਿਗੁਰੂ ਆਖਦੇ ਮੈਂ ਪ੍ਰਤੀਕ ਦਾ ਹੁੰਦਾ ਭਰੋਸਾ। ਕਹਿੰਦੇ ਫਿਰ ਭਰੋਸਾ ਮੈਂ ਇਹਨਾਂ ਦੇ ਉੱਤੇ ਕਦੇ ਵੀ ਨਹੀਂ ਕਰਾਂਗਾ। ਇਸ ਕਰਕੇ ਅਸੀਂ ਆਪਣੇ ਜੀਵਨ ਦੇ ਅੰਦਰ ਏਕਤਾ ਲਿਆਈਏ, ਆਪਣੇ ਹੱਕਾਂ ਮੰਗੀਏ, ਆਪਣਾ ਰਾਜ ਖੁਦ ਦਾ ਕਾਇਮ ਕਰੀਏ ਤਾਂ ਜੋ ਸਾਨੂੰ ਮੰਗਣ ਦੀ ਵੀ ਜ਼ਰੂਰਤ ਨਾ ਪਵੇ, ਤਾਂ ਜੋ ਅਸੀਂ ਜੋ ਚਾਹੁੰਦੇ ਹੋਈਏ ਅਸੀਂ ਕਰ ਸਕੀਏ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਇੱਕ ਮੁੱਠ ਇਕੱਠੇ ਹੋ ਕੇ ਇੱਕ ਬੰਨੇ ਵੱਲ ਅਸੀਂ ਤੁਰੀਏ। ਬਾਅਦ ਦੇ ਵਿੱਚ ਅਸੀਂ ਡੀਂਗਾ ਮਾਰਦੇ ਹਾਂ, ਉਹਨਾਂ ਦਾ ਫਾਇਦਾ ਕੋਈ ਨਹੀਂ। ਅਸੀਂ ਆਪਣੇ ਜਰਨੈਲਾਂ ਨੂੰ ਸੰਭਾਲਣ ਦਾ ਯਤਨ ਕਰੀਏ। ਦੀਪ ਸਿੰਘ ਸਿੱਧੂ ਜੋ ਕਿ ਅੱਜ ਸਾਡੇ ਵਿੱਚ ਨਹੀਂ ਰਿਹਾ, ਉਹ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਵਾਲਾ, ਪੰਜਾਬ ਦੇ ਫਸਲਾਂ ਦੀ ਗੱਲ ਕਰਨ ਵਾਲਾ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ, ਉਸਨੇ ਕਿੰਨੀਆਂ ਸਾਡੇ ਵਾਸਤੇ ਆਵਾਜ਼ਾਂ ਉਠਾਈਆਂ। ਇਉਂ ਮੰਨ ਲਓ ਕਿ ਸਰਕਾਰਾਂ ਨੂੰ ਇਉਂ ਵੀ ਲੱਗਾ ਕਿ ਕਿਤੇ ਨਾ ਕਿਤੇ ਜਾ ਕੇ ਇਹ ਭਿੰਡਰਾਂ ਵਾਲੇ ਸੰਤਾਂ ਵਾਲਾ ਕਿਤੇ ਕੰਮ ਹੀ ਨਾ ਬਣ ਜਾਵੇ, ਕਿਤੇ ਸਾਡੇ ਰਾਹ ਦਾ ਰੋੜਾ ਹੀ ਨਾ ਬਣ ਜਾਵੇ। ਉਹਨਾਂ ਨੇ ਉਹ ਰੋੜਾ ਪਹਿਲਾਂ ਹੀ ਇਉਂ ਮੰਨੇ ਕਿ ਪਰੇ ਕਰ ਦਿੱਤਾ, ਭਾਵੇਂ ਕਿ ਇਹਦੇ ਉੱਤੇ ਅਜੇ ਕੋਈ ਸਪਸ਼ਟੀਕਰਨ ਨਹੀਂ ਹੈ ਕਿ ਮੌਤ ਕਿਸ ਤਰ੍ਹਾਂ ਹੋਈ, ਪਰ ਇਉਂ ਮੰਨ ਲਓ ਕਿ ਉਹਨਾਂ ਨੇ ਉਹ ਰੋੜਾ ਜਿਹੜਾ ਸੀ ਇੱਕ ਸਾਈਡ ਤੇ ਕਰ ਦਿੱਤਾ ਜਾਂ ਕੁਦਰਤੀ ਹੋ ਗਿਆ। ਇਹ ਅਕਾਲ ਪੁਰਖ ਵਾਹਿਗੁਰੂ ਆਪ ਜਾਣਦਾ। ਇਹਦੇ ਉੱਤੇ ਆਪਾਂ ਨੂੰ ਜਾਂਚ ਕਰਾ ਲੈਣੀ ਚਾਹੀਦੀ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਡੇ ਜੀਵਨ ਦਾ ਆਧਾਰ ਸਤਿਗੁਰੂ ਦੀ ਬਾਣੀ ਇਤਿਹਾਸ ਬਣ ਜਾਵੇ ਤਾਂ ਜੋ ਅਸੀਂ ਆਪਣੇ ਜੀਵਨ ਦੇ ਅੰਦਰ ਕਦੀ ਵੀ ਧੋਖਾ ਨਾ ਖਾਈਏ। ਜਿਹੜੇ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਦੀ ਬਾਣੀ ਦੇ ਨਾਲ ਸਾਂਝਾ ਪਾ ਲੈਂਦੇ ਨੇ ਨਾ, ਉਹ ਕਦੀ ਧੋਖਾ ਨਹੀਂ ਖਾਂਦੇ। ਉਹ ਕਦੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਦੀ ਧੋਖਾ ਖਾਣਾ ਨਹੀਂ ਪੈਂਦਾ। ਉਹਨਾਂ ਦਾ ਜੀਵਨ ਉੱਚਾ ਤੇ ਸੁੱਚਾ ਰਹਿੰਦਾ ਹੈ। ਉਹ ਨਿਰਣੇ ਆਪਣੇ ਖੁਦ ਕਰਨੇ ਜਾਣਦੇ ਨੇ। ਇਸ ਕਰਕੇ ਸਤਿਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ, ਸਤਿਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਵਸਾ ਕੇ ਆਪਣੇ ਜੀਵਨ ਨੂੰ ਉੱਚਿਆਂ ਤੇ ਸੁੱਚਿਆਂ ਬਣਾਈਏ। ਅਸੀਂ ਆਪਣੇ ਹੱਕ ਕਿਸੇ ਕੋਲੋਂ ਮੰਗੀਏ ਨਾ, ਅਸੀਂ ਆਪਣਾ ਰਾਜ ਇਤਨਾ ਦਾ ਇੱਕ ਵੱਖਰਾ ਹੀ ਕਾਇਮ ਕਰ ਲਈਏ ਤਾਂ ਜੋ ਸਾਡਾ ਜੀਵਨ ਸਦਾ ਵਾਸਤੇ ਸੁਖੇਲਾ ਹੋ ਜਾਵੇ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕਾ ਬੋਲਦੇ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਮੇਰੀਆਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ ਦਿੰਦਾ ਹੈ। ਬਖਸ਼ ਲੈਣਾ ਬਲਾਉ ਤੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰ ਕੋ ਕਰੇ ਤੇਰਾ। ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ। ਸਦਾ ਰੋ ਹਰ ਨਾਲੇ
साचे साहिबा क्या नहीं करते रह। करता तेरे सब किश है जिस दे सो पावे। सदा सिफत सदा तेरी नाम मन वसावे। नाम जिनकै मन वसिया वाजे शब्द कनेरे। कह नानक सच्चे साहिब क्या नहीं करते रह। साचा नाम मेरा आधार साच नाम आधार मेरा। दिन भुखा सब गवाइया कह नानक सच्चे साहिब क्या नहीं करते रह। साचा नाम मेरा आधार साच नाम आधार मेरा। दिन भुखा सब गवाइया हर शांत सुख मन आई बसिया। जिन इच्छा सब पुजाइया सदा कुर्बान कीता गुरु विटो। जिस दियां ये वडियाइयां कह नानक सुनो संतो शब्द तरो प्यारो। साचा नाम मेरा आधारो। वाजे पंच शब्द कार सुपाकै कार सुपाकै शब्द वाजे। कला जित कर तारिया पंच दुत वस कीते। काल कंटक मारिया तुर कर्म पाया तुद जिन को। से नाम हर कै लागे कह नानक तै सुकोआ। तित कर अनहद वाजे आनंद सुनो बड़ भागी हो। सगल मनोरथ पूरे पार ब्रह्म प्रभ पाया। उतरे सगल दिसूरे दुख रोग संताप उतरे। सुनी सच्ची बाणी संत साजन पे सरसे। पूरे गुर ते जानी सुनते पनीत कहते पवित। सतगुर है पर पूरे बिरवंत नानक गुर चरण लागे। वाजे अनहद दूरे सुनते पनीत कहते पवित। सतगुर है पर पूरे बिरवंत नानक गुर चरण लागे। वाजे अनहद दूरे। वाहिगुरू जी का खालसा वाहिगुरू जी की फतेह। तू ठाकुर होए सो आज्ञाकारी। तुमरी गात महत तुम ही जानी। नानक दास सदा परवानी। तुद आगे अरदास हमारी। जियो पिंड सब तेरा वाहिगुरू। कहो नानक सब तेरी वडियाई। कोई नाम न जाने मेरा वाहिगुरू। बोलना जी सतनाम वाहिगुरू 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 साहब जी। अरदास एक ओंकार श्री वाहिगुरू जी की फतेह। श्री भगवती जी सहाय वार श्री भगवती जी की आशीष दसवीं। प्रथम भगवती सिमर का गुरु नानक देव त्यागे फिरंगत गुरु ते अमरदास रामदास सहाय सहाय दसवां पातशाह साहब श्री गुरु गोबिंद सिंह साहब जी सब भाई गुरु सहाय दसवें पातशाह की आत्म जो ता प्यारियां चौं सिख जानियां 40 मुक्तियां हड्डियां जपियां तपियां ध्यान रखे खालसा बोलो जी वाहिगुरू। प्रथम सर्वत खालसा जी की अरदास है। चलिए आपन का सदका सभी सुख होवे जहां जहां खालसा जी साहिब नाम का रक्षा रहने एक पते बुद्ध की पैज अंत के जी श्री साहब जी सहाय खालसा जी के बोल वाले बोलो जी वाहिगुरू। किस दान रहदान वेगदान साहदान भरोसादान दाना सिरदान नाम दान श्री अमृत सर साहब दे जियो। चीनन काना साहब के होर गुरुद्वारे गुरधाम जिन्हां को खालसा पंथ में छूड़िया गया है। खुले दर्शन दिदार सेवा संभालना दान अपने खालसा पंथ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਨਿਗੱਤਿਆਂ ਦੇ ਗੱਦ ਧੰਨ ਆਪ ਜੀ ਦੀ ਪਾਵਨ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੁੜੀ ਹੈ ਜੀ। ਸਤਿਗੁਰੂ ਪਾਤਸ਼ਾਹ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਸਿੰਘ ਦੀਪ ਸਿੱਧੂ ਸਤਿਗੁਰੂ ਮਹਾਰਾਜ ਆਪ ਜੀ ਦੇ ਪਾਸੋਂ ਸਵਾਸਾ
ਕੌਮ ਦੀ ਝੋਲੀ ਦੇ ਵਿੱਚ ਸਤਿਗੁਰੂ ਮਹਾਰਾਜ ਆਪਣੀ ਜ਼ਿੰਦਗੀ ਨੂੰ ਪਾਉਂਦੇ ਹੋਏ ਸਤਿਗੁਰੂ ਮਹਾਰਾਜ ਸ਼ਹਾਦਤ ਦਾ ਦਿਨ ਪੀ ਗਏ। ਸਤਿਗੁਰੂ ਮਹਾਰਾਜ ਜਿਨ੍ਹਾਂ ਦੇ ਨਿਮਿਤ ਸਮੁੱਚੀਆਂ ਸੰਗਤਾਂ ਵੱਲੋਂ ਮਿਲਣਾ ਕਰਕੇ ਸਤਿਗੁਰੂ ਮਹਾਰਾਜ ਧੁਰਕੀ ਬਾਣੀ ਆਈ ਦਿਨ ਸਗਲੀ ਚਿੰਤ ਮਿਟਾਈ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ। ਸਤਿਗੁਰੂ ਮਹਾਰਾਜ ਸ੍ਰੀ ਪਾਤਸ਼ਾਹ ਜਿਨ੍ਹਾਂ ਦੇ ਇਸ ਵੇਲੇ ਆਪ ਜੀ ਦੀ ਅਪਾਰ ਕਿਰਪਾ ਤੇ ਸਦਕਾ ਸੰਪੂਰਨ ਹੋ ਪਾਏ ਗਏ ਹਨ। ਉਪਰੰਤ ਸਤਿਗੁਰੂ ਮਹਾਰਾਜ ਬਾਣੀ ਦੀਆਂ ਇਤਿਹਾਸ ਦੀਆਂ ਸਤਿਗੁਰੂ ਮਹਾਰਾਜ ਵਿਚਾਰਾਂ ਕੀਤੀਆਂ ਗਈਆਂ ਵਿਚਾਰਾਂ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹਨ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ, ਆਗਾਮ ਤੋਂ ਸੋਚ ਕੇ ਬਾਣੀ ਪੜ੍ਹ ਸੁਣਦੇ ਬਾਲ ਨੂੰ ਬਖਸ਼ ਕਰਨੇ, ਆਈਆਂ ਹੋਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿੰਨ ਫੁੱਲ ਘਟਾਵਾਂ ਦਰ ਪ੍ਰਵਾਨ ਕਰਨੀਆਂ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਫਲ ਆਈਆਂ ਹੋਈਆਂ ਸੰਗਤਾਂ ਦੇ ਹਿਰਦੇ ਅੰਦਰ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਬਖਸ਼ ਕਰਨਾ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰਨ ਕਰਨੀਆਂ, ਦੇ ਰੋਗਤਾ ਤੰਦਰੁਸਤੀਆਂ ਬਖਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ ਕਰਨੀਆਂ, ਗੁਰਬਾਣੀ ਵਰਗਾ ਜੀਵਨ ਗੁਰਬਾਣੀ ਵਰਗਾ ਸੁਭਾਅ ਬਖਸ਼ ਕਰਨਾ, ਅਮਰ ਵੇਦ ਦੇ ਜਾਗਣਾ ਬਖਸ਼ ਕਰਨਾ, ਕਰਤਾ ਸ਼ੁਦਾਨੀ ਚੜ੍ਹਦੀ ਕਲਾ ਬਖਸ਼ ਕਰਨੀਆਂ, ਹਰ ਮਦਾਨੀ ਦਵਾਨੇ ਫਤਿਹ ਬਖਸ਼ ਕਰਨੀ, ਸਤਿਗੁਰੂ ਮਹਾਰਾਜ ਸ੍ਰੀ ਪਾਤਸ਼ਾਹ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਕਰਨੇ, ਸਤਿਗੁਰੂ ਮਹਾਰਾਜ ਸਮੁੱਚੀਆਂ ਹੀ ਸੰਗਤਾਂ ਨੂੰ ਭਾਣਾ ਮੰਨਣ ਦੇ ਬਲ ਦੀ ਬਖਸ਼ ਕਰਨੀ, ਚੜ੍ਹਦੀਆਂ ਕਲਾ ਬਖਸ਼ ਕਰਨੀ, ਸਤਿਗੁਰੂ ਮਹਾਰਾਜ ਸ੍ਰੀ ਪਾਤਸ਼ਾਹ ਹਰ ਮਦਾਨੀ ਦਵਾਨੇ ਫਤਿਹ ਬਖਸ਼ ਕਰਨੀ, ਸੁਖ ਸ਼ਾਂਤੀ ਵਰਤਾਈ ਰੱਖਣੀ, ਸਤਿਗੁਰੂ ਮਹਾਰਾਜ ਸ੍ਰੀ ਪਾਤਸ਼ਾਹ ਸਮੁੱਚੀਆਂ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਈ ਰੱਖਣਾ, ਆਪਣੇ ਚਰਨਾਂ ਨਾਲ ਜੁੜਨਾ, ਐਸੇ ਸੁੰਦਰ ਪਹਿਚਾਕੇ ਪਹਿਰਾਏ ਗਏ ਹਨ। ਸਤਿਗੁਰੂ ਮਹਾਰਾਜ ਅੰਗੀਕਾਰ ਕਰਨੇ ਸੇਵਕਾਂ ਦੀ ਲੋਕ ਵੱਲੋਂ ਕੋਈ ਦਾਜ ਪੱਤ ਰੱਖਣੀ ਪੜਦੇ ਗੱਜਨੇ, ਸਤਿਗੁਰੂ ਮਹਾਰਾਜ ਸੇਵਕਾਂ ਵੱਲੋਂ ਬਖਸ਼ੇ ਕੀਤੇ ਭੰਡਾਰਿਆਂ ਦੇ ਵਿੱਚੋਂ ਇਸ ਵੇਲੇ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਇਕੱਠਾ ਗੁਰੂ ਕਾ ਲੰਗਰ ਸਾਜ ਕੇ ਹਾਜ਼ਰ ਹੋਇਆ ਹੈ। ਦਰ ਤੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ 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 ਨਾਮ ਕਰੇ। ਹੁਣ ਆਪਣਾ ਲਾਹੀ ਤੇ ਤਾਲੁਕ ਨਾਮ ਬਖਸ਼ ਕਰਕੇ ਸੰਗਤਾਂ ਨੂੰ ਹੁਕਮ ਦੇ ਹਾਲ ਕਰੋ, ਹੁਕਮਨਾਮੇ ਅਨੁਸਾਰ ਚੱਲਣ ਦੀ ਸਮੱਤ ਬਖਸ਼ ਕਰੋ। ਸੇ ਗੁਰੂ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਰੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਗੋਜ ਹੈ ਗੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਵਾਰ ਹੋਏ ਸਭ ਰਹਿਣਗੇ ਅਜੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਰ ਹੈ ਚੜੇ ਸੁੰਦਰੇ, ਜੋ ਸ਼ਰਧਾ ਤਰ ਸੇਵ ਦੇ ਵਾਹਿਗੁਰੂ ਪਾਰ ਉਤਾਰਨ, ਜੋ ਸ਼ਰਧਾ ਤਰ ਸੇਵ ਦੇ ਵਾਹਿਗੁਰੂ ਪਾਰ ਉਤਾਰਨ, ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਤੇਰੇ ਕਵਣ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਕੋ, ਤੂੰ ਠਾਕੁਰ ਪੂਜ ਭਗਵਾਨਾ, ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਆਪ ਮੁਝਨੇ ਸਗਲ ਵਸ ਦਾਗੇ, ਜਾਕਾ ਸਤਿਗੁਰ ਪੂਰਾ, ਤਬ ਜੀਰੇ ਇੱਕ ਟੇਕ ਤੂੰ ਲਾਹ ਪਿਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਨਾਸ, ਸਤਿਨਾਮ ਵਾਹਿਗੁਰੂ ਸਾਹਿਬ ਜੀ।
पाछे आनंद प्राप्त किया, आगे सुख मेरे मीता पाछे आनंद प्राप्त किया, परमेश्वर गणत गणाई फिर दौलत कदहू नाही, साचे साहिब स्यो मन मानिया हर सर्व निरंतर जानिया रहाओ। सब जी तेरे दयाला अपने भगत करे प्रतिपाला, अचरज तेरी वडियाई नित नानक नाम ध्याई। सब जी तेरे दयाला अपने भगत करे प्रतिपाला, अचरज तेरी वडियाई नित नानक नाम ध्याई। वाहिगुरू जी का खालसा वाहिगुरू जी की फतेह। तो पहला बुलाओ फतेह। वाहिगुरू जी का खालसा वाहिगुरू जी की फतेह। सोरा सो पहचानिए जो लड़ा जीन के हेत, पुरजा पुरजा कट मरै कबहू ना छाड़ै खेत। पावन पंगतियां दे पहरा देने वाले नौजवान दिलों की धड़कन आप संगत नूं पता ही आ आपां इस समागम क्यों रखिया। संदीप सिंह सिद्धू जिन्होंने आपां प्यार दे नाल दीप सिद्धू आखदे हैं, आखिरी जिंदगी दे पाला दिल्ली संघर्ष तो उन्हें चालू किए सीगे ते कौम नूं पूरा जगाया। वो किहड़ी अख नहीं सी जिहड़ी रोई, क्योंकि जो यह जिहा महान योधा पंजाब की राखी लई बोलदा, पंजाब के मुद्दों से बोलता तो उसनूं सरकारां पर रहन नहीं दिंदियां। आओ बहुता समा ना लईए, हुण मैं जिहड़े पदवंते सिंह जिन्हां बुलारे पहुंचे आ, श्रोमणी अकाली दल अंम੍ਰਿਤਸਰ के प्रधान सिमरजीत सिंह जी मान ने ड्यूटी लाई आ, जिहड़े सिंह भेजे आ उन्हां दा मैं तहे दिलों धन्नवाद करदा। तां अपने समय नूं मुताबिक रखते हुए थोड़ा थोड़ा समा ते उन्हां दे जिहड़े विचार आपां सुणांगे। सब तो पहला मुख बुलारे बलदेव सिंह जी गगड़ा ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਭਾਣਾ ਮੰਨਣ ਦਾ ਬਲ ਤਾਕਤ ਬਖਸ਼ੇ। ਨੌਜਵਾਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ, ਚੜ੍ਹਦੀਆਂ ਕਲਾ ਰੱਖਣ ਕਿ ਉਹਨਾਂ ਦੀ ਸੋਚ ਤੇ ਅੱਗੇ ਨੂੰ ਵਧੀ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। हुण मैं श्रोमणी अकाली दल के जिला प्रधान बहुत ही सत्कारयोग जिन्होंने समा कढ़िया बलराज सिंह जी खालसा मोगा, जो कि बहुत संघर्ष में कुदे हैं। इन्हों के परचे भी पे आ, क्योंकि परचे जिहड़े सच ते चलने वाले तो पैंदे हुंदे आ। ये बलराज सिंह जी खालसा अपने विचार रखणगे। वाहिगुरू जी का खालसा वाहिगुरू फतेह। जुगो जुगो टल श्री गुरु ग्रंथ साहिब जी महाराज की हजूरी दे विच कौमी नौजवान दीप सिंह सिद्धू की याद नूं समर्पित भोग में शामिल गुरु प्यारी साध संगत निमरता सहित फतेह अर्ज करदा। वाहिगुरू जी का खालसा वाहिगुरू जी की फतेह। जो दीप सिंह सिद्धू सी वो एक कौमी जज्बे वाला नौजवान सी, उसकी मौत जिहड़ी है वो कौमी दर्द है। जिहड़ा अज तुसीं इत्थे भोग पाया है, इसकी गिनती भी कौमी भोग वजों होनी। बहुत सारे इंसान इस दुनिया के आउंदे ने चले जाते हैं, कोई ज़्यादा उसनूं दुनिया महत्व नहीं दिंदी, क्योंकि आउण ते जान एक दुनिया की रीत है। पर ये पंजाब की धरती ते बहुत सारिया महान शख्सियत आईयां
ਜਿਹੜੀਆਂ ਕੁਝ ਖਾਸ ਕਰਕੇ ਨਹੀਂ ਹੈ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਬਹੁਤ ਜ਼ਿਆਦਾ ਮਹੱਤਵ ਮਿਲਿਆ। ਜਿਵੇਂ ਕਿਹਾ ਜਾਂਦਾ ਕਿ ਜਿਉਂਦਿਆਂ ਦਾ ਸਾਥ ਨਹੀਂ ਦਿੰਦੇ, ਮਰਿਆਂ ਨੂੰ ਬਹੁਤ ਯਾਦ ਕਰਦੇ ਨੇ। ਪਰ ਦੁਨੀਆ ਨੂੰ ਪਤਾ ਹੀ ਇਸ ਗੱਲ ਦਾ ਬਾਅਦ ਵਿੱਚ ਲੱਗਦਾ ਹੈ ਕਿ ਮਹਾਨ ਵਿਅਕਤੀ ਕੌਣ ਸੀ। ਇੱਕ ਖਾਸ ਗੱਲ ਵਿੱਚ ਸੁਣਿਆ ਜਾਂ ਮੈਂ ਪੜ੍ਹਿਆ ਕਿ ਕੋਈ ਬੰਦਾ 100 ਅੰਤਮ ਅਰਦਾਸ ਵਿੱਚ ਸ਼ਾਮਲ ਹੋ ਜਾਵੇ ਤੇ ਉਹ ਸਵਰਗਾਂ ਨੂੰ ਜਾਂਦਾ ਹੈ ਜਾਂ ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਪਰ ਤੁਸੀਂ ਵੇਖਿਆ ਪਿਛਲੇ ਦਿਨਾਂ ਵਿੱਚ ਦੀਪ ਸਿੰਘ ਸਿੱਧੂ ਦੀਆਂ ਹਜ਼ਾਰਾਂ ਅੰਤਮ ਅਰਦਾਸਾਂ ਹੋਈਆਂ ਨੇ ਪੂਰੇ ਸੰਸਾਰ ਵਿੱਚ। ਕਿਉਂ? ਕਿਉਂਕਿ ਉਹਨਾਂ ਨੇ ਸਿੱਖ ਕੌਮ ਦੀ ਕੌਮੀਅਤ ਦੀ ਗੱਲ ਕੀਤੀ। ਖਾਸ ਗੱਲ ਉਦੋਂ ਗਿਣੀ ਜਾਏਗੀ ਕਿ ਨੌਜਵਾਨੀ ਜਿਹੜੀ ਅੱਜ ਪਤਾ ਨਹੀਂ ਕਿਹੜੇ ਕੰਮਾਂ ਵਿੱਚ ਮਸਤ ਸੀ, ਉਹ ਨੌਜਵਾਨ ਜਿਸ ਨੇ ਆਪਣਾ ਬਹੁਤ ਵੱਡਾ ਅਰਬਾਂ ਖਰਬਾਂ ਰੁਪਏ ਦਾ ਜੀਵਨ ਕੈਰੀਅਰ ਛੱਡ ਕੇ ਕੌਮ ਦੀ ਕੌਮੀਅਤ ਦੀ ਗੱਲ ਕਲਯੁਗ ਦੇ ਸਮੇਂ ਵਿੱਚ ਕਰ ਦਿੱਤੀ। ਇਹ ਇੱਕ ਬਹੁਤ ਵੱਡੀ ਗੱਲ ਹੈ, ਛੋਟੀ ਨਹੀਂ ਹੈ। ਕਿਉਂਕਿ ਸਿੱਖ ਕੌਮ ਦੁਨੀਆ ਦੀ ਇੱਕ ਵੱਖਰੀ ਕੌਮ ਹੈ, ਇੱਕ ਵੱਖਰੀ ਹੈਸੀਅਤ ਹੈ, ਇੱਕ ਵੱਖਰੀ ਬਾਦਸ਼ਾਹੀ ਹੈ। ਜਿਹੜੇ ਸਾਡੇ ਸਿੰਘ ਸਾਹਿਬ ਇੱਥੇ ਪ੍ਰਚਾਰ ਕਰਕੇ ਗਏ ਨੇ, ਉਹਨਾਂ ਨੇ ਇੱਕ ਸ਼ਬਦ ਬੋਲਿਆ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਇਹ ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਸ਼ਾਮ ਸਿੰਘ ਢਾਰੀਵਾਲਾ ਉਸ ਲੜਾਈ ਦਾ ਜਰਨੈਲ ਸੀ ਤੇ ਜਿਹੜੀ ਹਿੰਦੁਸਤਾਨ ਦੀ ਹਕੂਮਤ ਸੀ ਉਹਦੇ ਤੇ ਕਾਬਜ਼ ਸਨ ਅੰਗਰੇਜ਼। ਇਹਨਾਂ ਦਾ ਤੇ ਪੰਜਾਬੀਆਂ ਦਾ ਜੰਗ ਹੋਣ ਲੱਗਿਆ ਨਾ। ਉਸਨੇ ਦਿੱਲੀ ਦੀ ਉਸ ਵੇਲੇ ਦੀ ਹਕੂਮਤ ਨੂੰ ਵੀ ਹਿੰਦ ਵਜੋਂ ਗਿਣਿਆ। ਕਹਿਣ ਤੋਂ ਭਾਵ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬੀ ਜਿਹੜੀ ਕੌਮ ਹੈ, ਸਾਡਾ ਹਿੰਦੁਸਤਾਨ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ 1849 ਤੱਕ, ਜਿੰਨਾ ਚਿਰ ਸਾਡਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਤੇ ਸੀ। ਉਸ ਦੇ ਜਾਣ ਤੋਂ ਬਾਅਦ ਵੀ ਯਤਨ ਹੋਏ, ਪਰ ਉਹ ਜਿਹੜੇ ਗਦਾਰ ਲੋਕ ਸੀ ਉਹਨਾਂ ਦੀ ਵਜ੍ਹਾ ਕਰਕੇ ਜਿਹੜਾ ਸਾਡਾ ਖਾਲਸਾ ਰਾਜ ਸੀ ਉਹ ਗਦਾਰੀ ਦੀ ਭੇਟ ਚੜ ਗਿਆ ਤੇ ਅੱਜ ਤੱਕ ਅਸੀਂ ਉਸ ਕੌਮੀਅਤ ਨੂੰ ਬਚਾਉਣ ਦੇ ਲਈ ਲੜ ਰਹੇ ਹਾਂ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। 1984 ਦੀ ਗੱਲ ਵੀ ਗਗੜਾ ਸਾਹਿਬ ਨੇ ਵੀ ਦੱਸੀ ਹੈ, ਬਾਬਾ ਜੀ ਨੇ ਵੀ ਦੱਸੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਇੱਕ ਨੌਜਵਾਨ ਸਨ। ਭਾਵੇਂ ਉਹਨਾਂ ਦਾ ਸੰਤਾਂ ਵਾਲਾ ਰੂਪ ਸੀ, ਸਾਨੂੰ ਇਹ ਗੱਲ ਉਹਨਾਂ ਦਾ ਸਰੂਪ ਦੇਖਣ ਵਿੱਚ ਨਹੀਂ ਲੱਗੇਗੀ, ਪਰ ਉਹਨਾਂ ਦੀ ਉਮਰ ਵੀ ਉਸ ਵੇਲੇ 35-36 ਸਾਲ ਹੀ ਸੀ। ਉਹਨਾਂ ਨੇ ਕੌਮੀਅਤ ਦੀ ਗੱਲ ਕੀਤੀ, ਕੌਮੀ ਨਿਸ਼ਾਨੇ ਦੀ ਗੱਲ ਕੀਤੀ, ਗੁਲਾਮੀ ਦਾ ਅਹਿਸਾਸ ਕਰਾਉਣ ਦੀ ਗੱਲ ਕੀਤੀ ਕਿ ਕੋਈ ਵੀ ਚੀਜ਼ ਹੈ ਜੇ ਤੁਸੀਂ ਉਸ ਨੂੰ ਮਹਿਸੂਸ ਨਹੀਂ ਕਰਦੇ ਤੁਸੀਂ ਉਹਦੇ ਖਿਲਾਫ ਲੜ ਨਹੀਂ ਸਕੋਗੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਕੌਮ ਨੂੰ ਦੱਸਿਆ ਕਿ ਤੁਹਾਡੀਆਂ ਇਹ ਪ੍ਰੋਬਲਮ ਨੇ, ਇਸ ਦਾ ਇਹ ਹੱਲ ਹੈ। ਪਰ ਉਸ ਵੇਲੇ ਦੇ ਲੋਕ ਜਿਹੜਾ ਤੁਹਾਨੂੰ ਮੈਂ ਇੱਕ ਹੋਰ ਆ ਭੁੱਲ ਚੁੱਕ ਲਈ ਖਿਮਾ, ਜਿੰਨੇ ਤੁਸੀਂ ਆਏ ਹੋ, ਸਾਡੇ ਸਤਿਕਾਰਯੋਗ ਜਥੇਦਾਰ ਬੈਠੇ ਨੇ, ਮਾਤਾਵਾਂ ਤੇ ਭੈਣਾਂ ਬੈਠੀਆਂ, ਪਿੰਡ ਦੇ ਸਤਿਕਾਰਯੋਗ ਅਹੁਦੇਦਾਰ ਸੱਜਣ ਬੈਠੇ ਨੇ, ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਉਣਾ ਉਹਨਾਂ ਦਾ ਜੱਗ ਤੇ ਸਫਲ ਹੁੰਦਾ, ਦੇਸ਼ ਕੌਮ ਦੇ ਕੰਮ ਜੋ ਆ ਜਾਂਦੇ, ਮਰਦੇ ਨਹੀਂ ਉਹ ਜੱਗ ਤੇ ਅਮਰ ਹੁੰਦੇ, ਆਪ ਮਰ ਕੇ ਕੌਮ ਜਗਾ ਜਾਂਦੇ। ਜਗਦੀ ਰਹਿੰਦੀ ਉਹ ਜੱਗ ਤੇ ਜੁਗਾਂ ਤੱਕਰ, ਜਿਹੜੀ ਜੋਤ ਸ਼ਹੀਦ ਜਗਾ ਜਾਂਦੇ। ਸਮੁੱਚੀ ਮਾਨਵਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸਾਡੇ ਉਸ ਕੌਮੀ ਸ਼ਹੀਦ ਵੀਰ ਸੰਦੀਪ ਸਿੰਘ ਦੀਪ ਸਿੱਧੂ ਦੀ ਅੰਤਮ ਅਰਦਾਸ ਨੂੰ ਮੁੱਖ ਰੱਖ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋਏ ਗੁਰੂ ਖਾਲਸਾ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਹੋਰਾਂ ਨੇ ਕਥਾ ਦੇ ਰਾਹੀਂ ਬਹੁਤ ਹੀ ਵਧੀਆ ਵਿਚਾਰਾਂ ਦੇ ਨਾਲ ਆਪ ਜੀ ਦੇ ਨਾਲ ਸਾਂਝ ਪਾਈ। ਉਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਸਤ ਜਥੇਦਾਰ ਬਲਦੇਵ ਸਿੰਘ ਜੀ ਗਗੜਾ ਆਪ ਜੀ ਦੇ ਰੂਬਰੂ ਹੋਏ। ਉਹਨਾਂ ਨੇ ਵੀ ਆਪ ਜੀ ਦੇ ਨਾਲ ਬੜੀਆਂ ਕੀਮਤੀ ਅਮੋਲਕ ਵਿਚਾਰਾਂ ਦੇ ਨਾਲ ਸਾਂਝ ਪਾਈ। ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਬਲਰਾਜ ਸਿੰਘ ਜੀ ਖਾਲਸਾ, ਜੋ ਹਲਕਾ ਧਰਮਕੋਟ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਜੋ ਚੋਣ ਲੜ ਚੁੱਕੇ ਨੇ, ਉਹਨਾਂ ਵੱਲੋਂ ਵੀ ਬੜੇ ਕੀਮਤੀ ਸ਼ਬਦਾਂ ਦੇ ਨਾਲ ਸੰਖੇਪ ਦੇ ਵਿੱਚ ਰਹਿ ਕੇ ਸਾਂਝ ਪਾਈ। ਸਮਾਂ ਬਹੁਤ ਹੋ ਚੁੱਕਿਆ ਹੈ। ਮੈਨੂੰ ਹੁਕਮ ਹੋਇਆ ਵੀਰ ਹੋਰਾਂ ਦਾ ਕਿ ਕੁਝ ਕੁ ਮਿੰਟਾਂ ਦੇ ਲਈ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਜਾਣ।
ਸੋ ਮੇਰੇ ਕੋਲੇ ਉਹ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਵੀਰ ਦੀਪ ਸਿੱਧੂ ਦੀ ਤੁਲਨਾ ਮੈਂ ਕਿਸੇ ਦੇ ਨਾਲ ਕਰ ਸਕਾਂ, ਕਿਉਂਕਿ ਜਿਹੜੇ ਕੌਮੀ ਯੋਧੇ ਹੁੰਦੇ ਨੇ, ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਜੋਤ ਜਗਦੀ ਆ ਜਿਹਨੂੰ ਜਗਾਉਣ ਵਾਸਤੇ ਸਦਾ ਵਾਸਤੇ ਸ਼ਹੀਦੀਆਂ ਦਾ ਖੂਨ ਪਾਇਆ ਜਾਂਦਾ ਹੈ, ਕਿਉਂਕਿ ਜੋਤ ਇੱਕ ਚਾਨਣ ਦਾ ਕੰਮ ਕਰਦੀ ਆ ਤੇ ਜਦੋਂ ਕਿਸੇ ਸ਼ਹੀਦ ਦਾ ਖੂਨ ਡੁੱਲਦਾ ਨੇ ਇਸ ਧਰਤੀ ਦੇ ਉੱਤੇ ਤੇ ਜਿਹੜੀ ਉਹ ਜਗਾਈ ਹੋਈ ਜੋਤ ਆ ਹੋਰ ਜਗਮਗ ਜਾਂਦੀ ਹੈ। ਇਹ ਸਾਨੂੰ ਜਗਾਉਣ ਵਾਸਤੇ, ਸਾਨੂੰ ਹਲੂਣਾ ਦੇਣ ਵਾਸਤੇ ਕਿਸੇ ਨਾ ਕਿਸੇ ਸਮੇਂ ਤੇ ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਇਹਨਾਂ ਕੌਮੀ ਯੋਧਿਆਂ ਦੀ ਡਿਊਟੀ ਲਾਈ ਜਾਂਦੀ ਆ ਕਿ ਜਦੋਂ ਸਾਡੀ ਕੌਮ ਮਰੀਅਰ ਹੋ ਜਾਂਦੀ ਆ ਨਾ, ਅਸੀਂ ਆਪਣੇ ਸਵਾਰਥਾਂ ਦੀ ਖਾਤਰ ਸਾਡੇ ਲੋਕ ਵਿਕਾਊ ਹੋ ਜਾਂਦੇ ਨੇ, ਉਹਨਾਂ ਨੂੰ ਹਲੂਣਾ ਦੇ ਕੇ ਜਗਾਉਣ ਵਾਸਤੇ ਕਿਸੇ ਨਾ ਕਿਸੇ ਕੌਮੀ ਸ਼ਹੀਦ ਨੂੰ ਆਪਣੇ ਖੂਨ ਦੀ, ਆਪਣੀ ਜ਼ਿੰਦਗੀ ਦੀ ਆਹੂਤੀ ਦੇਣੀ ਪੈਂਦੀ ਆ। ਸੋ ਇਸੇ ਤਰ੍ਹਾਂ ਹੀ ਵੀਰ ਦੀਪ ਸਿੱਧੂ ਜੋ ਆਉਣ ਵਾਲੇ ਭਵਿੱਖ ਲਈ ਸਾਡੇ ਵਾਸਤੇ ਇੱਕ ਬਹੁਤ ਤਕੜਾ ਚਾਨਣ ਮਨਾਰਾ ਸੀ ਤੇ ਸਾਡਾ ਬਹੁਤ ਹੀ ਤਕੜਾ ਇੱਕ ਕੌਮ ਦਾ ਆਗੂ ਵੀ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਪਰਖ ਕਰ ਲਈ ਸੀ ਉਸ ਤਰਾਸੇ ਹੋਏ ਹੀਰੇ ਦੀ ਤੇ ਕਹਿ ਦਿੱਤਾ ਸੀ ਕਿ ਹੁਣ ਸਾਡੀ ਕੌਮ ਦੀ ਅਗਵਾਈ ਕਰਨ ਵਾਲਾ ਸਾਡੀ ਪਾਰਟੀ ਦਾ ਜਿਹੜਾ ਇਹ ਸਰਮੋਰ ਆ, ਅਸੀਂ ਆਪਣੀ ਪਾਰਟੀ ਦੀ ਜਿਹੜੀ ਵਾਂਗ ਡੋਰ ਆ ਉਹ ਦੀਪ ਸਿੱਧੂ ਨੂੰ ਸੰਭਾਲ ਦੇਣੀ ਆ। ਪਰ ਜਦੋਂ ਅਜਿਹੀਆਂ ਗੱਲਾਂ ਹੋ ਜਾਂਦੀਆਂ ਉਦੋਂ ਜਿਹੜੇ ਇਹ ਕੌਮੀ ਯੋਧੇ ਹੁੰਦੇ ਨੇ, ਸਮੇਂ ਦੀਆਂ ਸਰਕਾਰਾਂ ਵੱਲੋਂ ਇਹਨਾਂ ਨੂੰ ਰਾਹ ਦਾ ਰੋੜਾ ਸਮਝ ਕੇ ਉਸ ਨੂੰ ਰਸਤੇ ਦੇ ਵਿੱਚੋਂ ਪਾਸੇ ਕੀਤਾ ਜਾਂਦਾ ਹੈ। ਸੋ ਜੋ ਹੋਇਆ ਉਹ ਤਕਰੀਬਨ ਸਾਰੀਆਂ ਸਤਿਕਾਰਯੋਗ ਸੰਗਤਾਂ ਨੂੰ ਪਤਾ ਹੈ। ਨੌਜਵਾਨ ਵੀਰ ਜਿਹੜੇ ਅੱਜ ਵੀ ਉਸ ਵੀਰ ਦੀਪ ਸਿੱਧੂ ਦੀ ਯਾਦ ਨੂੰ ਲੈ ਕੇ ਚੱਲ, ਉਹਨਾਂ ਦੀ ਸੋਚ ਨੂੰ ਲੈ ਕੇ ਚੱਲ ਰਹੇ ਨੇ, ਕਿਉਂਕਿ ਮੈਂ ਗੱਲ ਕਰਦਾ ਹੁੰਦਾ ਕਿ ਸਾਨੂੰ ਸਮੇਂ-ਸਮੇਂ ਤੇ ਭੰਡਿਆ ਜਾਂਦਾ ਹੈ। ਕੋਈ ਸਾਡੀ ਕੌਮ ਨੂੰ ਨਸ਼ੇੜੀ ਕਹਿ ਰਿਹਾ ਹੈ, ਕੋਈ ਸਾਨੂੰ ਸੁੱਤੀ ਹੋਈ ਕੌਮ ਕਹਿ ਰਿਹਾ ਹੈ, ਪਰ ਨਹੀਂ, ਸਾਡੀ ਕੌਮ ਦੇ ਵਿੱਚ ਸਪਿਰਿਟ ਹਜੇ ਬਹੁਤ ਬਾਕੀ ਹੈ। ਪਰ ਵੀਰੋ, ਉਸ ਸਪਿਰਿਟ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਜਾਗਣਾ ਪਵੇਗਾ। ਸਾਨੂੰ ਉਸ ਵੀਰ ਦੇ ਜਿਹੜੇ ਸੋਚ ਸੀ, ਜਿਹੜੇ ਉਹਦੇ ਬੋਲ ਸੀ, ਭਾਵੇਂ ਅੱਜ ਆਪਣੀ ਸਰੀਰ ਤੌਰ ਤੇ ਆਪਣੇ ਵਿੱਚੋਂ ਚਲਿਆ ਗਿਆ, ਇਸ ਸੰਸਾਰ ਦੇ ਵਿੱਚੋਂ, ਇਸ ਦੁਨੀਆ ਦੇ ਵਿੱਚੋਂ ਚਲਿਆ ਗਿਆ, ਪਰ ਜਦੋਂ ਵੀ ਉਹ ਵੀਰ ਦੀਪ ਸਿੱਧੂ ਦੇ ਜੋ ਕਹੇ ਹੋਏ ਬੋਲ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਵਿੱਚ ਬੋਲਿਆ ਕਰਨਗੇ ਤੇ ਸਾਨੂੰ ਉਹ ਦੀਪ ਸਿੱਧੂ ਦਾ ਜਿਹੜਾ ਸਰੂਪ ਆ, ਉਹਦਾ ਚਿਹਰਾ ਉਹ ਸਾਹਮਣੇ ਦਿਸਿਆ ਕਰੂਗਾ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੂੰ ਵੀ ਸਮੇਂ ਦੀਆਂ ਸਰਕਾਰਾਂ ਨੇ ਅੱਤਵਾਦੀ ਕਿਹਾ ਸੀ, ਸਾਡੇ ਲੋਕਾਂ ਨੇ ਕਾਂਗਰਸ ਦਾ ਏਜੰਟ ਵੀ ਕਿਹਾ ਸੀ, ਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਉਹਨਾਂ ਦੇ ਆਪ ਵੀ, ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਆ, ਬਹੁਤ ਸਾਰੇ ਨੌਜਵਾਨ ਵੀਰ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਆ, ਜਿਨ੍ਹਾਂ ਦੇ ਜਨਮ ਵੀ 84 ਤੋਂ ਮਗਰੋਂ ਹੋਏ ਹੋਣਗੇ, ਅੱਜ ਉਹ ਸੰਤਾਂ ਦੀ ਸੋਚ ਦੇ ਨਾਲ ਜੁੜੇ ਹੋਏ ਆ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਹਿੰਦੇ ਸੀ ਕਿ ਜੇਕਰ ਧੀਆਂ ਭੈਣਾਂ ਦੀ ਇੱਜ਼ਤ ਦੀ ਰਖਵਾਲੀ ਕਰਨ ਵਾਲਾ ਅੱਤਵਾਦੀ ਹੋ ਸਕਦਾ ਹੈ, ਜੇ ਆਪਣੇ ਹੱਕਾਂ ਦੀ ਪ੍ਰਾਪਤੀ, ਆਪਣੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ ਅੱਤਵਾਦੀ ਹੋ ਸਕਦਾ ਹੈ, ਜੇ ਉਹ ਆਪਣੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਨ ਵਾਲਾ ਅੱਤਵਾਦੀ ਹੋ ਸਕਦਾ, ਤੇ ਜੇਕਰ ਮੈਨੂੰ ਅਜਿਹਾ ਅੱਤਵਾਦੀ ਕਹਿਣਾ ਤੇ ਮੈਨੂੰ ਫਖਰ ਆ, ਮੈਨੂੰ ਮਾਣ ਮਹਿਸੂਸ ਹੁੰਦਾ ਕਿ ਮੈਨੂੰ ਲੋਕ ਅੱਤਵਾਦੀ ਕਹਿੰਦੇ ਨੇ। ਸੋ ਵੀਰੋ, ਅੱਜ ਆਪਣੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੰਦਰ ਸਿੰਘ ਜੀ ਭੋਲਾ ਧੂੜਕੋਟ ਤੋਂ, ਉਹਨਾਂ ਦੇ ਸਾਥੀ ਧੂੜਕੋਟ ਤੇ ਬੂਟਾ ਸਿੰਘ ਜਥੇਦਾਰ ਜੀ ਪਹੁੰਚੇ ਹਨ ਤੇ ਕੁਲਵੰਤ ਸਿੰਘ ਜੀ ਰੋਕੇ ਉਹ ਜੌਬ ਕਰਦੇ ਆ। ਸੁਨੇਹਾ ਦਿੱਤਾ ਹੈ ਮੇਰੇ ਨੂੰ, ਪਰ ਉਹ ਕਹਿੰਦੇ ਹਾਜ਼ਰੀ ਲਵਾ ਦਿਓ। ਚੜ੍ਹ ਸਿੰਘ ਜਿਹੜਾ ਪੁੱਤਰਾ ਰੋਕੇ ਕਲਾਂ ਦਾ, ਚੜ੍ਹ ਸਿੰਘ ਦਾ ਪੁੱਤਰ ਜਥੇਦਾਰ ਦਾ ਕੁਲਵੰਤ ਸਿੰਘ ਜਿਹੜਾ ਕਿ ਦੀਪ ਸਿੱਧੂ ਦੇ ਨਾਲ ਗੁਜ਼ਰਿਆ ਸੀਗਾ, ਮੈਂ ਉਹਨੂੰ ਸਪੈਸ਼ਲ ਫੋਨ ਵੀ ਲਾਇਆ ਸੀਗਾ ਕਿਉਂਕਿ ਸਰਕਾਰੀ ਜੌਬ ਆ ਉਸ ਆਪਣੇ ਲੜਕੇ ਦੀ, ਗਵਾਂਢ ਕਰਕੇ ਮੈਂ ਉਹਨੂੰ ਸਪੈਸ਼ਲ ਸੱਦਿਆ ਸੀਗਾ ਵੀ ਤੂੰ ਦੀਪ ਸਿੱਧੂ ਦੇ ਨਾਲ ਰਿਹਾ ਸੀਗਾ ਤੇ ਇਸ ਕਰਕੇ ਉਹ ਨਹੀਂ ਪਹੁੰਚ ਸਕੇ, ਤਾਂ ਦੀਪ ਦੀ ਸੋਚ ਨੂੰ ਆਪਾਂ ਅੱਗੇ ਲੈ ਕੇ ਜਾਈਏ। ਤਾਂ ਹੁਣ ਮੈਂ ਜਿਹੜੇ ਆਪਣੇ ਪਿੰਡ ਦੇ ਪਤਵੰਤੇ ਸੱਜਣਾ ਨੌਜਵਾਨ ਇੱਧਰਲੇ ਪਾਸੇ ਆ ਜਾਣ ਤਾਂ ਆਪਾਂ 2 ਮਿੰਟ ਵਾਸਤੇ ਉਹਨਾਂ ਜਿਹੜੇ ਪ੍ਰਚਾਰਕ ਪਹੁੰਚੇ ਆਪਣੇ ਜਥੇਬੰਦੀਆਂ ਦੇ, ਉਹਨਾਂ ਨੂੰ ਸਰੋਪਾ ਦੇ ਨੇ। ਤੇ ਹੁਣ ਮੈਂ
ਜੋ ਆਪਣੇ ਐਨਆਰਆਈ ਭਰਾ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਪੂਰਨ ਰੋਲ ਨਿਭਾਇਆ, ਜਿਨ੍ਹਾਂ ਦਾ ਸਦਕੇ ਦੀਪ ਸਿੱਧੂ ਦਾ ਇਹ ਜਿਹੜਾ ਪ੍ਰੋਗਰਾਮ ਆਪਾਂ ਅਲਿਖਿਆ, ਕਿਉਂਕਿ ਫਰਜ਼ ਬਣਦਾ ਸੀਗਾ ਆਪਣਾ। ਜਿੱਦੇ ਮੈਂ ਪੋਲਿੰਗ ਤੇ ਬੈਠਾ ਸੀਗਾ ਉਦੋਂ ਮੇਰੇ ਕੋਲੇ ਮੈਸੇਜ ਆ ਗਿਆ ਸੀਗਾ ਕਿ ਐਨਆਰਆਈ ਭਰਾਵਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨੇ ਹਨ। ਤਾਂ ਨੌਜਵਾਨ ਬੈਠੇ ਆਪਣੇ ਨਗਰ ਚੋਂ, ਤਾਂ ਉਹਨਾਂ ਵੱਲੋਂ ਜਿਹੜੇ ਨੌਜਵਾਨਾਂ ਵੱਲੋਂ ਮਾਇਆ ਆਈ ਆ 30,000 ਰੁਪਇਆ ਪ੍ਰੀਤਮ ਸਿੰਘ ਦਾ ਸਪੁੱਤਰਾ ਜੋਗਾ, ਜਿਹਨੂੰ ਆਪਾਂ ਪਿਆਰ ਨਾਲ ਕਹਿ ਦਿੰਦੇ ਹਾਂ, ਜੋ ਅਮਰੀਕਾ ਦੇ ਵਿੱਚ ਪੱਕਾ। ਤਾਂ ਬਾਅਦ ਗੱਲ ਕਰੂੰਗਾ ਵੀ ਇਹ ਪੱਕਾ ਕਿਉਂ ਹੋਇਆ ਸੀਗਾ। ਪਾਵਰ ਦੱਸਾਂਗੇ ਸਿਮਰਜੀਤ ਸਿੰਘ ਮਾਨ ਦੇ ਸੈਨਾ ਦੀ। ਦੂਜਾ ਨਾਮ ਜੰਟਾ ਸਿੰਘ ਗਿੱਲ ਯੂਐਸਏ ਤੋਂ 5,000 ਰੁਪਇਆ। ਧੰਨਵਾਦ ਕਰਦੇ ਆ ਕਿਉਂਕਿ ਫਰਜ਼ ਸਮਝਦੇ ਆ, ਭਾਵੇਂ ਉਹ ਸਰੀਰ ਕਰਕੇ ਨਹੀਂ, ਪਰ ਉਹਨਾਂ ਦੀ ਸੋਚ ਆ, ਦੀਪ ਸਿੱਧੂ ਦੀ ਸੋਚ ਨੂੰ ਮੁੱਖ ਰੱਖਦਿਆਂ ਆ ਉਹਨਾਂ ਬੰਦਿਆਂ ਨੇ ਸਮਝਿਆ ਕਿ ਕੁਰਬਾਨੀ ਦਾ ਪੁੰਜ ਸੀਗਾ। ਤੇ ਤੀਸਰਾ ਨੰਬਰ ਹੈਗਾ ਆਪਣੇ ਜਗਜੀਤ ਸਿੰਘ ਜੀ ਪ੍ਰਧਾਨ ਕਾਂਗਰਸ ਪਾਰਟੀ ਦੇ, ਉਹਨਾਂ ਵੱਲੋਂ 500 ਰੁਪਇਆ ਭੇਟਾ ਕੀਤਾ ਗਿਆ ਹੈ, ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਤੇ ਵਿਸ਼ੇਸ਼ ਧੰਨਵਾਦ ਮੈਂ ਉਹਨਾਂ ਦਾ ਕਰਦਾ ਕਿਉਂਕਿ ਜਿਹੜੇ ਮੀਡੀਆ ਵਾਲੇ ਨੇ ਮੇਰੇ ਯਾਰ ਮਿੱਤਰ ਆ। ਸਪੈਸ਼ਲ ਰਾਤ ਖਬਰ ਲਾਈ ਆਪਾਂ ਉਹਨਾਂ ਨੇ ਚੈਨਲ ਤੇ ਕਿ ਪਬਲਿਕ ਨਿਊਜ਼ ਐਪ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ। ਉਹਨਾਂ ਨੂੰ ਆਪਾਂ ਸਨਮਾਨ ਵੀ ਕਰਨਾ ਸਰੋਪਾਲ ਕਰਕੇ, ਕਿਉਂਕਿ ਬਹੁਤੇ ਪੱਤਰਕਾਰ ਹਨ ਜਿਹੜੇ ਉਹ ਪੈਸੇ ਲੈਂਦੇ ਆ, ਕਿਉਂਕਿ ਪੈਸੇ ਲਈ ਪੱਤਰਕਾਰੀ ਕਰਦੇ ਆ। ਪਰ ਇਹ ਜਿਹੜੇ ਮੇਰੇ ਵੀਰ ਆ, ਜਦੋਂ ਵੀ ਉਹਨਾਂ ਨੂੰ ਫੋਨ ਲਾਉਣਾ, ਪਿੰਡ ਦੀ ਖਬਰ ਪਹੁੰਚਾਉਣੀ ਆ, ਭਾਵੇਂ ਸਾਂਝੀ ਖਬਰ ਆ, ਭਾਵੇਂ ਕੋਈ ਵੀ ਖਬਰ ਆ, ਆਉਣ ਵਾਲੇ ਸਮੇਂ 'ਚ ਵੀ ਆਪਾਂ ਉਹਨਾਂ ਤੋਂ ਸਾਥ ਲਵਾਂਗੇ ਪਿੰਡ ਦੇ ਨਸ਼ੇ ਦੇ ਮੁੱਦਿਆਂ ਤੇ, ਕਿ ਪਿੰਡ ਵਿੱਚ ਕੀ ਹੋ ਰਿਹਾ, ਪਿੰਡ ਵਿੱਚ ਨੌਜਵਾਨੀ ਕਿਹੜੇ ਰਾਹ ਪਈ ਆ, ਬਹੁਤ ਮੁੱਦੇ ਆ। ਪਰ ਮੇਰੇ ਵੀਰ ਉਹ ਪਹੁੰਚੇ ਆ, ਉਹਨਾਂ ਦਾ ਵਿਸ਼ੇਸ਼ ਮੈਂ ਦਿਲੋਂ ਧੰਨਵਾਦ ਕਰਦਾ ਕਿ ਉਹ ਪਹੁੰਚੇ ਆ। ਤਾਂ ਜਿਹੜੀ ਮੈਂ ਗੱਲ ਕਰਨ ਲੱਗਿਆ ਸੀ ਸਿਮਰਜੀਤ ਸਿੰਘ ਜੀ ਮਾਨ ਦੇ, ਆਪਣੇ ਮੁੰਡਾ 2 ਦਿਨ ਲੜ ਕੇ ਜਿਨ੍ਹਾਂ ਦੀ ਚਿੱਠੀਆਂ ਲੱਗੀਆਂ, ਸਿਮਰਜੀਤ ਸਿੰਘ ਜੀ ਮਾਨ ਉਹਨਾਂ ਨੂੰ ਨਹੀਂ ਜਾਣਦਾ, ਭਾਵੇਂ ਉਹ ਵੋਟ ਕਿਤੇ ਵੀ ਪਾਉਂਦੇ ਆ, ਕਿਉਂਕਿ ਜਦੋਂ ਉਹਨਾਂ ਕੋਲੇ ਫੈਲ ਜਾਂਦੀ ਆ ਉੱਥੇ ਸਾਈਨ ਹੁੰਦੇ ਆ। ਮੈਂ ਤੁਹਾਨੂੰ ਪਾਵਰ ਦੱਸਦਾ, ਤੁਸੀਂ ਬੱਚੇ ਪੜਾਉਣੇ ਆ, ਮਾਈਆਂ ਨੇ ਵੀ ਪੜਾਉਣੇ ਆ ਕਿ ਨੌਲੇਜ ਹੋਣੀ ਚਾਹੀਦੀ ਆ। ਆਪਾਂ ਕਿੱਧਰ ਨੂੰ ਤੁਰੇ ਪਏ ਆ, ਆਪਾਂ ਉਹਨਾਂ ਮਗਰ ਲੱਗੇ ਹੋਏ ਆ ਜਿਹੜੇ ਕਿ ਪਿੰਡ ਨੂੰ ਵੇਚ ਚੁੱਕੇ ਆ, ਸੈਂਟਰ ਨੂੰ ਵੇਚ ਚੁੱਕੇ ਆ, ਸਾਰਾ ਕੁਝ ਪੈਲੀ ਪੰਚਾਇਤੀ ਜ਼ਮੀਨ ਸਾਰਾ ਕੁਝ ਸੈਂਟਰ ਦੇ ਅੰਦਰ ਆ। ਇਹ ਮੈਂ ਖਰੀ ਗੱਲ ਕਰਦਾ ਕਿ ਆਪਾਂ ਗੁਲਾਮ। ਇੱਕ ਪਾਸੇ ਸਿਮਰਜੀਤ ਸਿੰਘ ਜੀ ਮਾਨ ਆ, ਜਿਹੜੇ ਵਿਚਾਰੇ ਕਿਸੇ ਨੂੰ ਜਾਣਦੇ ਨਹੀਂ, ਕੋਈ ਬੰਦਾ ਜਾਂਦਾ ਚਿੱਠੀ ਲੈ ਕੇ, ਭਾਵੇਂ ਉਹ ਸਕੀਰੀ ਕੱਢ ਕੇ ਜਾਵੇ, ਭਾਵੇਂ ਸਾਨੂੰ ਦੱਸੇ, ਤੇ ਉਹ ਸਾਈਨ ਕਰ ਦਿੰਦੇ ਆ। ਦੇਖੋ ਤੁਸੀਂ ਇੱਥੇ ਲਿਹਾਜ਼ੇ ਵਾਲੇ ਉੱਠ ਕੇ ਉਠਾਣੇ ਕਹਿਣਗੇ ਪੰਚਾਇਤ ਵਾਲ ਨੂੰ ਲਿਆਓ, ਠੀਕ ਹੈ, ਉਹਨਾਂ ਨੇ ਲੈ ਕੇ ਉਹਨੂੰ ਕਹਿਣਾ ਮਾੜਾ ਜਿਹਾ ਕੰਮ ਹੁੰਦਾ, ਭਾਵੇਂ ਮਾੜਾ ਮੋਟਾ ਕੇਸ ਆ, ਜਾ ਕੇ ਕੋਈ ਵੀ ਆ ਕਚਹਿਰੀ 'ਚ ਆ, ਉਹਨਾਂ ਨੇ ਤੁਹਾਨੂੰ ਕਹਿਣਾ ਪਿੰਡਾਂ ਲੈ ਕੇ ਆਓ। ਤੁਸੀਂ ਜਿੰਨਾ ਚਿਰ ਨਾਲ ਲੈ ਕੇ ਨਹੀਂ ਆਉਂਦੇ, ਸਾਈਨਾਂ ਦੀ ਛੱਡੋ, ਸਾਈਨ ਦੀ ਗੱਲ ਜਿਹੜੀ ਚੱਲਦੀ ਆ ਸਿਮਰਜੀਤ ਸਿੰਘ ਮਾਨ ਦੀ ਚੱਲਦੀ ਆ ਅਮਰੀਕਾ ਦੇ ਵਿੱਚ। ਮੈਂ ਬੇਨਤੀ ਇਹੀ ਕਰਦਾ, ਆਉਣ ਵਾਲੇ ਸਮੇਂ 'ਚ ਇਹ ਸਮਝੋ, ਸਿਮਰਜੀਤ ਸਿੰਘ ਮਾਨ ਨੂੰ ਸਮਝੋ, ਆਪਣੇ ਪਿੰਡ ਦਾ ਸਮਝੌਤਾ ਵੀ ਕਰਾਇਆ ਉਹਨਾਂ ਨੇ, ਕਤਲ ਹੁੰਦੇ ਸੀਗੇ, ਦੁਸ਼ਮਣੀਆਂ ਪੈਂਦੀਆਂ ਸੀਗੀਆਂ। ਸਿਮਰਜੀਤ ਸਿੰਘ ਮਾਨ ਉਦੋਂ ਆਪਣੇ ਅਹੁਦੇ ਤੇ ਸਨ, ਆਪਣੇ ਨਗਰ ਵਿੱਚ ਆਏ। ਮੇਰਾ ਜਨਮ ਭਾਵੇਂ ਬਾਅਦ 'ਚ, ਪਰ ਬਜ਼ੁਰਗ ਦੱਸਦੇ ਆ ਜਦੋਂ ਉਹਨਾਂ ਕੋਲ ਚਿੱਠੀ ਆਉਂਦੀ ਆ ਨਾ, ਉਹ ਸਾਈਨ ਕਰ ਦਿੰਦੇ ਆ ਤੇ ਯੂਐਸ ਦੇ ਵਿੱਚ ਪੱਕਾ ਹੋ ਜਾਂਦਾ। ਤੁਸੀਂ ਮੈਨੂੰ ਇੱਥੇ ਸਰਕਾਰੀ ਜਿਹੜਾ ਮੁਲਾਜ਼ਮ ਪੱਕਾ ਕਰਕੇ ਦਿਖਾ ਦਿਓ ਸੀ, ਭਾਵੇਂ 20 ਲੱਖ ਰੁਪਇਆ ਤਾਂ ਵੀ ਨਹੀਂ ਹੋਊਗਾ, ਕਿਉਂਕਿ ਬਿਨਾਂ ਪੈਸਿਆਂ ਤੋਂ 20 ਲੱਖ ਲੋਕ ਲਾਗੇ ਜਾਂਦੇ ਕੈਨੇਡਾ ਅਮਰੀਕਾ ਗੁਲਾਮ ਹੋਣ ਲਈ। ਜੇ ਆਪਾਂ ਉਹੀ ਕੰਮ ਇੱਥੇ ਕਰ ਲਈਏ, ਇੱਥੇ ਪੜ੍ਹਾਈ ਕਰਕੇ ਆਪਾਂ ਆਪਣਾ ਕਾਰੋਬਾਰ ਤੋਰੀਏ, ਨਸ਼ਿਆਂ ਦੇ ਵਿਰੁੱਧ ਲੜੀਏ, ਮੇਰੀ ਜਿਹੜੀ ਸੋਚ ਹੈ ਮੈਂ ਅੰਦਰੋਂ ਕੱਢ ਰਿਹਾ। ਮੈਂ ਪਹਿਲਾਂ ਬੀਬੀ ਨੂੰ ਬੇਨਤੀ ਕੀਤਾ, ਭਾਵੇਂ ਮੇਰਾ ਸਹਿਯੋਗ ਦੇਵੇ ਨਾ ਦੇਵੇ, ਮੇਰਾ ਆਇਡੈਂਟੀ ਕਾਰਡ ਬਣਾਇਆ ਸਰਕਾਰ ਨੇ। ਜੇ ਮੇਰਾ ਸਹਿਯੋਗ ਦੇਊਗਾ ਨਾ, ਪੰਚਾਇਤ ਨੇ ਬਣਾ ਕੇ ਦਿੱਤਾ, ਹੋਰ ਵੀ ਆਇਡੈਂਟੀ ਕਾਰਡ ਬਣੇ, ਤਾਂ ਮੈਂ ਤੁਹਾਡਾ ਪੂਰਾ ਸਹਿਯੋਗ ਦਊਂਗਾ। ਹੱਟੀਆਂ ਤੇ ਸਿਗਰਟਾਂ ਜਦੋਂ ਗੁਰੂ ਘਰ ਨੂੰ ਆਉਣੇ, ਆਪਾਂ ਇੱਕ ਅੱਧਾ ਰਾਤ ਬੱਚਾ ਸਿਗਰਟ ਪੀ ਜਾਂਦਾ ਹੁੰਦਾ, ਤੇ ਬਹੁਤ ਵੱਡੀ ਇਹ ਲੋੜ ਆ। ਤਾਂ ਆਪਾਂ ਇਹਨੂੰ ਸਮਝ ਗਏ, ਜਿਹੜੀ ਇਹ ਸਿਮਰਜੀਤ ਸਿੰਘ ਮਾਨ ਦੀ ਚਿੱਠੀ ਵਾਲੀ ਗੱਲ ਆ ਨਾ, ਇਹ ਆਪਣੇ ਦਿਮਾਗ 'ਚ ਭਾੜੋ, ਬੱਚਿਆਂ ਨੂੰ ਪੜ੍ਹਾਉਣੇ ਆ, ਲਿਖਾਉਣੇ ਆ। ਤੇ ਮੈਂ ਚੈਲੰਜ ਵੀ ਕਰਦਾ, ਭਾਵੇਂ ਮੋਦੀ ਕੋਲੇ ਆ ਜਾਓ, ਉਹ ਪੱਕਾ ਨਹੀਂ ਕਰਾ ਸਕਦਾ ਅਮਰੀਕਾ ਦੇ ਵਿੱਚ। ਤੇ ਆਉਣ ਵਾਲੇ ਸਮੇਂ ਦੀ ਇਹ ਗੱਲ ਆ, ਆਓ ਭਰਾ ਦੋ ਕਿ ਸੋਨੀ ਵੀਰ ਜੀ, ਬਲਜੀਤ ਸਿੰਘ ਖਾਲਸਾ, ਸਾਰੇ ਇੱਧਰ ਆ ਜਾਓ, ਆਪਾਂ ਉਹਨਾਂ ਨੂੰ ਸਰੋਪੋ ਦੇਣੇ ਆ।
ਬੇਨਤੀ ਕਰਦਾ ਜੀ ਬਖਸ਼ਿਸ਼ ਕਰਦੇ। ਉਹਨਾਂ ਪਿੰਡ ਤੋਂ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰੂ ਦੇ ਵਜ਼ੀਰਾਂ ਨੂੰ ਸਨਮਾਨ ਸਰੋਪਾਉ ਦੇ ਨਾਲ ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਰਪਿਤ ਇੱਥੇ ਅਖੰਡ ਪਾਠ ਦੇ ਭੋਗ ਪਾਏ ਨੇ, ਉਹਦੇ ਬਾਰੇ ਸਾਨੂੰ ਤੁਸੀਂ ਦੱਸੋ ਵੀ ਨੌਜਵਾਨਾਂ ਨੂੰ ਕੀ ਸੇਧ ਦੇਣੀ ਚਾਹੁੰਦੇ ਆ ਤੁਸੀਂ? ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਸੇਧ ਤਾਂ ਇਹੀ ਦੇਣੀ ਚਾਹੁੰਦੇ ਹਾਂ ਵੀ ਉਹਦੀ ਸੋਚ ਦੇ ਮੁਤਾਬਕ ਅਸੀਂ ਚੱਲ ਸਕੀਏ। ਜਿਹੜੀ ਉਹਦੀ ਸੋਚ ਸੀ ਇਹਨਾਂ ਸਾਡੇ ਵਾਸਤੇ ਇਹਨਾਂ ਕੋਲ ਸਾਰਾ ਕੁਝ ਛੱਡ ਕੇ ਤੇ ਆਪਦੀ ਮਤਲਬ ਵਧੀਆ ਲਾਈਫ, ਲਗਜ਼ਰੀਜ਼ ਲਾਈਫ ਛੱਡ ਕੇ ਤੇ ਸਾਨੂੰ ਮਤਲਬ ਕੌਮ ਨੂੰ ਜਗਾਉਣ ਵਾਸਤੇ ਆਇਆ ਉਹ। ਤੇ ਅਸੀਂ ਉਹਦੀ ਮਤਲਬ ਇਹ ਸੋਚ ਧਾਰਮਿਕ ਪ੍ਰਤੀ ਧਰਮ ਲੈਵਲ ਤੇ ਰੱਖ ਲਓ, ਹਰ ਇੱਕ ਪੱਖੋਂ ਮਤਲਬ ਉਹਦੀਆਂ ਸੋਚ ਦੇ ਮੁਤਾਬਕ ਅਸੀਂ ਚੱਲਣਾ ਚਾਹੁੰਦੇ ਹਾਂ। ਹੋਰ ਕੀ ਕਹਿਣਾ ਚਾਹੁੰਦੇ ਆ ਉਹਦੇ ਬਾਰੇ ਕੁਛ? ਬਸ ਹੁਣ ਤਾਂ ਸਾਨੂੰ ਵਿਛੋੜਾ ਦੇ ਗਿਆ ਜੀ। ਅਸੀਂ ਜਿਉਂਦੇ ਜੋ ਬੰਦੇ ਦੀ ਪਹਿਲਾਂ ਕਦਰ ਨਹੀਂ ਕਰਦੇ ਜੀ, ਜਦੋਂ ਪੂਰਾ ਹੋ ਜਾਂਦਾ ਅਸੀਂ ਹੋ ਗਿਆ ਉਹਨਾਂ ਦੀਆਂ ਰਸਮਾਂ ਕਰਨ ਲੱਗ ਜਾਂਦੇ ਆ। ਸਾਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਜੀ। ਚਲੋ ਮਿਹਰਬਾਨੀ। ਨੀ ਸੰਘਰਸ਼ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਸੀ। ਉਹਨ ਮਨ ਤੋਂ ਲਾ ਕੇ ਬੰਬੇ ਤੋਂ ਉੱਥੇ ਪਹੁੰਚਦੇ ਸੀਗੇ, ਜਿੰਨਾ ਚਿਰ ਵੀ ਉੱਥੇ ਚੱਲਿਆ ਘੋਲ, ਹਰ ਵਕਤ ਤੋਂ ਉੱਥੇ ਪਹੁੰਚਦੇ ਰਹੇ ਆ, ਹਾਜ਼ਰੀ ਲਾਉਂਦੇ ਰਹੇ ਆ। ਲਾਲ ਕਿਲੇ ਤੇ ਝੰਡੇ ਤੱਕ ਵੀ ਉੱਥੇ ਵੀ ਪਹੁੰਚੇ ਆ ਤੇ ਸਾਰਾ ਕੁਝ ਐਡਾ ਯੋਧਾ ਕੋਈ ਹੋ ਨਹੀਂ ਸਕਦਾ ਜਿਹਨੇ ਲਾਲ ਕਿਲੇ ਤੇ ਝੰਡਾ ਚੜਾਇਆ। ਤੇ ਆਪਣੇ ਬਹੁਤ ਬਹੁਤ ਦੁੱਖ ਦੀ ਘੜੀ ਆ ਵੀ ਜਿਹੜਾ ਉਹਨਾਂ ਦਾ ਹਾਦਸਾ। ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਕਿ ਉਹ ਯੋਧਾ ਤਾਂ ਨਹੀਂ ਰਿਹਾ, ਇਹ ਦੀਪ ਸਿੰਘ ਸਿੱਧੂ ਜਿਹੜਾ ਕਿਸਾਨ ਮੋਰਚੇ ਵਿੱਚ ਜਿਹਨੇ ਆਪਣੀ ਕੀਮਤੀ ਜ਼ਿੰਦਗੀ ਛੱਡ ਕੇ, ਲਗਜ਼ਰੀ ਜ਼ਿੰਦਗੀ ਛੱਡ ਕੇ, ਲਗਜ਼ਰੀ ਕਾਰਾਂ ਛੱਡ ਕੇ ਤੇ ਫਿਲਮਾਂ ਨੂੰ ਛੱਡ ਕੇ ਦਿੱਲੀ ਮੋਰਚੇ ਵਿੱਚ ਡਟਿਆ ਸੀ ਕਿਸਾਨਾਂ ਦੇ ਨਾਲ। ਉਹ ਕਿਸਾਨਾਂ ਦਾ ਜਿਹੜਾ ਅੱਜ ਦਿਖ ਕੇ ਉਤਸ਼ਾਹ, ਉਸ ਦੇ ਸੰਸਕਾਰ ਤੇ ਉਸ ਦੇ ਭੋਗ ਤੇ ਹਰ ਪਿੰਡ ਦੇ ਵਿੱਚ ਬੱਚਾ ਬੱਚੀ ਨੌਜਵਾਨ ਜਾਗ ਚੁੱਕਿਆ। ਮੈਂ ਬੇਨਤੀ ਕਰਦਾ ਕਿ ਦੀਪ ਸਿੱਧੂ ਭਾਵੇਂ ਸਰੀਰ ਕਰਕੇ ਨਹੀਂ ਰਿਹਾ, ਪਰ ਉਸ ਨੂੰ ਅਮਰ ਰੱਖਣ ਵਾਸਤੇ, ਉਸ ਦਾ ਜਜ਼ਬਾ ਰੱਖਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਚਰਨਾਂ ਵਿੱਚ ਵਾਜੀ ਸੀ। ਇੰਨਾ ਚੰਗਾ ਬੰਦਾ ਉਹਦਾ ਹੀਰਾ ਸੀ ਕੌਮ ਦਾ ਸੱਚੇ ਪਾਤਸ਼ਾਹ ਨੇ ਚਰਨਾਂ ਵਿੱਚ ਵਾਜੀ ਚਰਨਾਂ ਨਾਲ ਜੋੜੀ ਉਹਦੇ ਪਰਿਵਾਰ ਨੂੰ ਤੰਦਰੁਸਤ ਭਾਣਾ ਮੰਨਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਦੀਪ ਸਿੱਧੂ ਇੱਕ ਕੌਮ ਦੀ ਰੋਸ਼ਨੀ ਸੀਗੀ, ਕੌਮ ਦੀ ਜਗਦੀ ਜੋਤ ਸੀਗੀ। ਸਾਰਿਆਂ ਲਈ ਹੀ ਉਹ ਰੋਸ਼ਨੀ ਪਹੁੰਚਾਉਂਦਾ ਸੀਗਾ, ਕਿਉਂਕਿ ਇੱਕ ਐਸੀ ਮੋਮਬੱਤੀ ਸੀ, ਕਿਉਂਕਿ ਇੱਕ ਮੋਮਬੱਤੀ ਬੁਝੀ ਹੈ ਤੇ ਉਹ ਦੂਜੀ ਮੋਮਬੱਤੀ ਨੂੰ ਚਾਨਣ ਦੇਣ ਵਾਲੀ ਜੋਤ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪ ਸਿੱਧੂ ਬਹੁਤ ਹੀ ਆਪਣੇ ਪੰਜਾਬ ਦਾ ਬਹੁਤ ਬੰਦਾ ਯੋਧਾ ਸੀਗਾ, ਬਹੁਤ ਹੀ ਵਧੀਆ ਇਨਸਾਨ ਸੀਗਾ, ਜਿਸ ਨੂੰ ਅੱਜ ਆਪਣੀ ਸਰਕਾਰ ਨੇ ਖਤਮ ਕਰ ਦਿੱਤਾ। ਇੱਕ ਮਾਂ ਦਾ ਪੁੱਤ ਵੀ ਸੀ। ਮਾਵਾਂ ਨੂੰ ਪੁੱਤ ਮਿਲਣੇ ਬਹੁਤ ਔਖੇ ਹੈ, ਪਰ ਸਾਡੀ ਸਾਰੀ ਦੁਨੀਆ ਤੇ ਉਹਦਾ ਨਾਮ ਹਮੇਸ਼ਾ ਰਹੂਗਾ। ਉਹ ਇੱਕ ਮਾਂ ਦਾ ਨਹੀਂ, ਸਾਰੀ ਮਾਵਾਂ ਦਾ ਪੁੱਤ ਹੈ। ਅੱਜ ਇਸ ਦੁਨੀਆ ਨੂੰ ਬਹੁਤ ਹੀ ਦੁੱਖ ਹੈ, ਬਹੁਤ ਦਰਦ ਹੈ। ਅੱਜ ਹਰੇਕ ਅੱਖਾਂ ਦੇ ਵਿੱਚ ਅੰਜੂ ਹੈ ਕਿ ਮਹਾਰਾਜ ਉਸ ਬੱਚੇ ਨੂੰ ਆਪਣੇ ਚਰਨਾਂ ਵਿੱਚ ਸਥਾਨ ਦਿਓ, ਸਭ ਦੇ ਦਿਲਾਂ ਵਿੱਚ ਵਸਦਾ ਰਵੇ, ਇਸ ਦੁਨੀਆ ਤੇ ਉਹਦਾ ਨਾਮ ਇਸ ਤਰ੍ਹਾਂ ਹੀ ਚੱਲਦਾ ਰਵੇ। ਪਰਮਾਤਮਾ ਉਹਦੇ ਘਰਦਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਉਹਦੇ ਬੱਚਿਆਂ ਨੂੰ, ਉਹ ਕਿਸ ਦਾ ਪੁੱਤ ਵੀ ਸੀ, ਕਿਸ ਦਾ ਪਤੀ ਵੀ ਸੀ, ਕਿਸੇ ਧੀ ਦਾ ਪਿਓ ਵੀ ਸੀ। ਪਰਮਾਤਮਾ ਉਹਨਾਂ ਨੂੰ ਸਭ ਨੂੰ ਭਾਣਾ ਬਲ ਬਖਸ਼ਿਓ। ਪਰਮਾਤਮਾ